Dr. Ravi Garg, Director, Pioneer Immigration, ICCRC member, authorized by Canada Government and Canada Embassy ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ। ਬਹੁਤ ਬਹੁਤ ਧੰਨਵਾਦ ਜੁੜਨ ਲਈ, ਨਾਲ ਹੋਣ ਵਾਸਤੇ, ਵਾਚ ਕਰਨ ਵਾਸਤੇ। ਕਈ ਤਰ੍ਹਾਂ ਦੇ ਟੌਪਿਕਸ ਦੇ ਉੱਪਰ ਗੱਲਬਾਤ ਪਹਿਲਾਂ ਵੀ ਚੱਲਦੀ ਰਹਿੰਦੀ ਹੈ ਅਤੇ ਹੁਣ ਕਰਾਂਗੇ। ਕਿਉਂ ਕੈਨੇਡਾ ਲੋਕ ਹੁਣ ਇਸ ਟਾਈਮ ਬੱਚਿਆਂ ਦਾ ਜਿਹੜਾ ਜਿਸ ਤਰ੍ਹਾਂ ਰਿਜ਼ਲਟ ਆਉਣ ਵਾਲਾ ਹੈਗਾ, ਕੁਝ ਬੱਚਿਆਂ ਦਾ ਆ ਗਿਆ, ਕੁਝ ਆਉਣ ਵਾਲਾ ਹੈਗਾ, ਬੜੀ ਸਾਰੀਆਂ ਚੇਂਜਿਸ ਹੋ ਰਹੀਆਂ ਕੋਵਿਡ-19 ਦੇ ਕਰਕੇ। ਫਲਾਈਟਸ ਦੇ ਉੱਪਰ ਰੋਕ ਲੱਗੀ ਹੋਈ ਹੈ। ਸਤੰਬਰ 19 ਵਾਲੇ ਬੱਚੇ ਆ ਪਾਉਣਗੇ ਕਿ ਨਹੀਂ ਆ ਪਾਉਣਗੇ, ਬੜੇ ਸਾਰੇ ਕੁਐਸਚਨਸ ਹੈਗੇ ਨੇ। ਕਿਉਂ ਕੈਨੇਡਾ ਲੋਕ ਪ੍ਰੈਫਰ ਕਰਦੇ ਨੇ, ਕਿਉਂ ਇੰਡੀਆ ਤੋਂ ਬਾਹਰ ਬੱਚੇ ਪੜ੍ਹਨ ਵਾਸਤੇ ਆਉਂਦੇ ਨੇ, ਪਰਮਾਨੈਂਟ ਰੈਜ਼ੀਡੈਂਸ ਬਾਹਰ ਲੈਣ ਦੇ ਇੱਛੁਕ ਹੁੰਦੇ ਨੇ, ਕੀ ਕਾਰਨ ਹੈਗਾ। ਇਹ ਇਸ ਤਰ੍ਹਾਂ ਦੇ ਬੜੇ ਸਾਰੇ ਸਵਾਲ ਨੇ ਜਿਹੜੇ ਕਰਨ ਵਾਲੇ ਨੇ, ਲੇਕਿਨ ਟਾਈਮ ਸ਼ਾਰਟ ਪੈ ਜਾਂਦਾ ਹੈਗਾ। ਸੋ ਅਸੀਂ ਇੱਕ ਇੱਕ ਕਰਕੇ ਜਿੰਨੇ ਹੋ ਸਕੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕੁਝ ਥੋੜ੍ਹੇ ਜਿਹੇ ਅਪਡੇਟਸ ਪਾਇਨੀਅਰ ਇਮੀਗ੍ਰੇਸ਼ਨ ਬਾਰੇ ਸਾਰਿਆਂ ਨੂੰ ਪਤਾ ਹੈਗਾ। ਬਾਈ ਦ ਵੇ 2003 ਤੋਂ ਤੁਹਾਡੀ ਵਾਸਤੇ ਐਥੀਕਲ, ਬੜੀ ਓਨੈਸਟ, ਸਿੰਸੀਅਰ, ਜੈਨੂਅਨ ਸਰਵਿਸਿਜ਼ ਜਿਹੜੀ ਹੈਗੀ ਹੈ ਤੁਹਾਨੂੰ ਦਿੰਦੀ ਆ ਰਹੀ ਹੈਗੀ ਹੈ। ਹਰ ਤਰ੍ਹਾਂ ਦੀ ਜਿਹੜੀ ਹੈ ਪ੍ਰੋਪਰ ਸਰਵਿਸਿਜ਼ ਦਾ ਵਾਅਦਾ। ਮੇਰੀ ਪਰਸਨਲ ਦੇਖ ਰੇਖ ਦੇ ਵਿੱਚ ਪਹਿਲਾਂ ਡਾਕਟਰੀ ਕੀਤੀ, ਹਸਪੀਟਲ ਚਲਾਇਆ। 2003 ਤੋਂ ਕੰਪਨੀ, ICCRC ਮੈਂਬਰ, ਜਿਹੜੇ ਕਿ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਵੱਲੋਂ ਮਨਜ਼ੂਰਸ਼ੁਦਾ। ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca, ਉਸ ਦੇ ਉੱਪਰ ਜਿਹੜਾ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੀ ਲਿਸਟ ਦੇ ਵਿੱਚ ਨਾਮ ਦੇਖਿਆ ਜਾ ਸਕਦਾ ਹੈਗਾ। ਔਰ 100% ਓਨੈਸਟੀ ਦੀ ਗਰੰਟੀ। ਅਤੇ 12 ਆਫਿਸਿਜ਼ ਇੰਡੀਆ ਦੇ ਵਿੱਚ, 2 ਕੈਨੇਡਾ ਦੇ ਵਿੱਚ। ਇੰਡੀਆ ਦੇ ਵਿੱਚ ਜਿਹੜਾ ਹੈੱਡ ਆਫਿਸ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ, ਦਿੱਲੀ, ਵਡੋਦਰਾ, ਹੈਦਰਾਬਾਦ ਦੇ ਵਿੱਚ ਆਫਿਸਿਜ਼। ਕੈਨੇਡਾ ਦੇ ਵਿੱਚ ਇੱਥੇ ਜਿਹੜਾ ਹੈਗਾ ਬਰੈਂਪਟਨ ਦੇ ਵਿੱਚ ਔਰ ਸੈਸਕਾਟੂਨ ਦੇ ਵਿੱਚ ਆਫਿਸਿਜ਼। ਉੱਥੇ ਜਿਹੜੇ ਬੱਚਿਆਂ ਨੂੰ ਵੀਜ਼ਾ ਲਗਵਾ ਕੇ ਇੱਥੇ ਲਿਆ ਕੇ, ਇੱਥੇ ਵੀ ਹਰ ਤਰ੍ਹਾਂ ਦੀ ਬਹੁਤ ਸਾਰੀ ਜਿਹੜੀ ਇਨ ਕੈਨੇਡਾ ਸਰਵਿਸਿਜ਼ ਜਿਹੜੀਆਂ ਨੇ, ਬੱਚਿਆਂ ਨੂੰ ਜਿੰਨੀ ਵੀ ਸਪੋਰਟ ਦੀ ਜ਼ਰੂਰਤ ਪੈਂਦੀ ਹੈ, ਉੱਥੇ ਜਦੋਂ ਵੀਜ਼ੇ ਲੱਗਦੇ ਉਹਨਾਂ ਨੇ ਅਜਮਾਇਆ ਹੁੰਦਾ, ਪਤਾ ਹੁੰਦਾ ਕਿ ਬਿਲਕੁਲ ਸਹੀ ਸਰਵਿਸਿਜ਼ ਨੇ। ਇੱਥੇ ਆ ਕੇ ਉਹਨਾਂ ਨੂੰ ਕੰਸਲਟੈਂਟ ਲੱਭਣ ਦੀ ਲੋੜ ਨਹੀਂ, ਬੜੇ ਪ੍ਰੋਪਰ ਤਰੀਕੇ ਨਾਲ ਉਹ ਜਿਹੜਾ ਹੈਗਾ ਆਪਣਾ ਵਿਸ਼ਵਾਸ ਦੇ ਨਾਲ, ਬਿਨਾਂ ਝਿਜਕ ਦੇ ਆਪਣਾ ਜਿਹੜਾ ਹੈ, ਕੋਈ ਅਗਰ ਤਕਲੀਫ ਆਉਂਦੀ ਹੈ ਇੱਥੇ ਕੈਨੇਡਾ ਦੇ ਵਿੱਚ ਆ ਕੇ, ਕਾਲਜਿਸ, ਅੰਬੈਸੀ ਵੱਲੋਂ ਜਾਂ ਕਿਸੇ ਹੋਰ ਤਰ੍ਹਾਂ ਦੀ ਕੋਈ ਤਕਲੀਫ ਦੇ ਵਿੱਚ ਸਾਨੂੰ ਕੰਟੈਕਟ ਕਰਦੇ ਨੇ। ਅਸੀਂ ਪੂਰਾ ਖਿਆਲ ਕਰਦੇ ਹੈਗੇ ਹਾਂ। ਸਾਡੀ ਜਿਹੜੇ ਡਿਟੇਲਸ ਸਾਡੇ ਬਾਰੇ ਵੀ ਔਰ ਅਦਰਵਾਈਜ਼ ਵੀ ਕੰਪਨੀਆਂ ਦੀ ਜਿਹੜੀ ਡਿਟੇਲ, ਜਦੋਂ ਤੁਸੀਂ ਕੰਸਲਟੈਂਟ, ਕਿਉਂਕਿ ਬੱਚਿਆਂ ਦੇ ਹੁਣ ਰਿਜ਼ਲਟ ਆਉਣਗੇ, ਬਾਹਰ ਜਾਣਗੇ ਬੱਚੇ, ਉਸ ਦੇ ਵਾਸਤੇ ਅਪਲਾਈ ਕਰਨਾ ਹੈਗਾ। ਜਿਹੜੇ ਰਿਫਿਊਜ਼ਡ ਕੇਸਿਸ ਨੇ ਆਲਰੇਡੀ ਜਿਹੜੇ ਨੇ ਉਹ ਦੇਖਦੇ ਪਏ ਨੇ ਕੰਸਲਟੈਂਟਸ ਵਾਸਤੇ, ਜਿਹੜੇ ਨੇ ਉਸ ਦੇ ਕੰਸਲਟੈਂਟਸ ਦੀ ਡਿਟੇਲ ਜਿਹੜੀ ਹੈਗੀ ਆ ਉਹਨਾਂ ਦੀ ਵੈਬਸਾਈਟ 'ਤੇ, ਸਾਡੀ ਜਿਹੜੀ ਵੈਬਸਾਈਟ pioneerimmigration.com, ਔਰ ਇੰਸਟਾਗ੍ਰਾਮ ਪੇਜ ਹੈਗਾ, ਫੇਸਬੁੱਕ ਪੇਜ ਹੈਗਾ, ਔਰ YouTube ਚੈਨਲ ਸਬਸਕ੍ਰਾਈਬ ਕਰੋ। TV ਇੰਟਰਵਿਊਜ਼ ਦੇ ਰਾਹੀਂ, ਲਾਈਵ ਸੈਸ਼ਨ ਦੇ ਰਾਹੀਂ ਬਹੁਤ ਸਾਰੀ ਜਾਣਕਾਰੀ ਦਿੰਦੇ ਆ, ਰੂਬਰੂ ਹੁੰਦੇ ਆ, ਫੇਸ ਟੂ ਫੇਸ ਇਸ ਤਰੀਕੇ ਨਾਲ ਗੱਲਬਾਤ ਹੁੰਦੀ ਹੈ। ਜਦੋਂ ਡਿਸਕਸ਼ਨਸ ਹੁੰਦੀਆਂ ਨੇ ਅਤੇ ਤੁਹਾਨੂੰ ਕੰਸਲਟੈਂਟ ਦੇ ਬਾਰੇ ਵੀ ਕੁਛ ਹੱਦ ਤੱਕ ਪਤਾ ਲੱਗਦਾ ਹੈਗਾ, ਕਿਸ ਤਰ੍ਹਾਂ ਦੀ ਗੱਲਾਂ, ਕਿਸ ਤਰ੍ਹਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਜਿਹੜੀ ਲੀਗਲ ਆਥੋਰਾਈਜੇਸ਼ਨਸ ਔਰ ਸਰਟੀਫਿਕੇਸ਼ਨਸ ਔਰ ਕਿੰਨੀ ਐਜੂਕੇਸ਼ਨ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਜਾਣ ਕਰਕੇ ਫਿਰ ਹੀ ਅੱਗੇ ਚੁਣੋ। ਕਿਉਂਕਿ ਛੋਟੀ ਜਿਹੀ ਗਲਤੀ ਜਿਹੜੀ ਹੈਗੀ ਆ ਬੜੀ ਨੁਕਸਾਨਦਾਇਕ ਹੋ ਸਕਦੀ ਹੈਗੀ ਹੈ। ਕਿਉਂਕਿ ਕੰਸਲਟੈਂਟ ਨੇ ਹੀ ਤੁਹਾਡਾ ਜਿਹੜਾ ਹੈਗਾ ਇੱਕ ਕਿਸਮ ਦਾ, ਜਿਸ ਤਰ੍ਹਾਂ ਮਾਝੀ ਹੁੰਦਾ ਹੈ ਕਿ ਤੁਹਾਨੂੰ ਨਦੀ ਪਾਰ ਕਰਵਾਉਣ ਵਾਲਾ ਕੰਮ ਹੈਗਾ, ਕਿ ਤੁਹਾਡਾ ਬੇੜਾ ਪਾਰ ਦਾ ਮਤਲਬ ਇਹ ਕਿ ਤੁਹਾਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਲਿਜਾ ਕੇ ਤੁਹਾਡੀ ਜਿਹੜੀ ਹੈ ਪ੍ਰੋਬਲਮਸ ਤੋਂ ਤੁਹਾਨੂੰ ਗਾਈਡੈਂਸ ਦੇ ਕੇ, ਖਿਆਲ ਕਰਕੇ, ਪ੍ਰੋਬਲਮਸ ਤੋਂ ਕੱਢ ਕੇ, ਛੋਟੀ ਛੋਟੀ ਤਕਲੀਫਾਂ ਤੋਂ ਕੱਢ ਕੇ, ਤਾਂ ਕਿ ਕੋਈ ਤਕਲੀਫ, ਟੈਨਸ਼ਨ ਨਾ ਹੋਵੇ, ਔਰ ਸਹੀ ਤਰੀਕੇ ਨਾਲ ਵੀਜ਼ਾ ਲਗਵਾ ਕੇ, ਸਹੀ ਤੁਹਾਨੂੰ ਗਾਈਡੈਂਸ ਦੇ ਕੇ, ਸਹੀ ਥਾਂ 'ਤੇ ਤੁਹਾਨੂੰ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਜੋ ਤੁਹਾਡੇ ਡਰੀਮਸ ਨੇ, ਉੱਥੇ ਤੱਕ ਤੁਹਾਨੂੰ ਪਹੁੰਚਾ ਸਕੇ। ਔਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਐਜ਼ ਸਟੂਡੈਂਟਸ ਨਹੀਂ ਪਤਾ ਹੁੰਦੀਆਂ, ਜਾਂ ਜਿਹੜੇ ਕੰਸਲਟੈਂਟ ਪੂਰੇ ਐਕਸਪਰਟ ਨਹੀਂ ਉਹਨਾਂ ਨੂੰ ਨਹੀਂ ਪਤਾ ਹੁੰਦੀਆਂ। ਕਿਉਂਕਿ ਜਿਹੜੇ ਬੱਚੇ ਮੰਨ ਲਓ ਕਿ ਜਿਹੜੇ ਨਹੀਂ ਅਫੋਰਡ ਕਰਦੇ, ਉਹਨਾਂ ਨੂੰ ਜਿਹੜੀ ਹੈਗੀ ਹੈ ਘੱਟ ਫੀਸ ਵਾਲੇ ਕਾਲਜਿਸ, ਜਿੱਥੇ ਅਫੋਰਡ ਹੋ ਜਾਵੇ ਉਹਨਾਂ ਦੀ ਫੀਸ ਉਹਨਾਂ ਨੂੰ, ਔਰ ਕਿਹੜਾ ਕੋਰਸ ਤੁਹਾਡਾ ਰੈਲੇਵੈਂਟ ਹੈਗਾ, ਚੰਗਾ ਹੈਗਾ, ਜਿਹੜਾ ਕਿ ਵੀਜ਼ਾ ਵੀ ਲੱਗ ਜਾਵੇ ਔਰ ਇੱਥੇ ਆ ਕੇ ਜਿਹੜਾ ਹੈਗਾ ਸਹੀ ਤਰੀਕੇ ਨਾਲ ਪੜ੍ਹਿਆ ਜਾ ਸਕੇ ਔਰ ਪਾਸ ਹੋ ਜਾਵੋ, ਔਰ ਉਸ ਤੋਂ ਬਾਅਦ ਕਰੀਅਰ ਦੇ ਪੁਆਇੰਟ ਆਫ ਵਿਊ ਦੇ ਨਾਲ ਚੰਗਾ ਸਾਬਿਤ ਹੋਵੇ। ਇਹ ਸਾਰੀ ਜਿਹੜੀ ਜਾਣਕਾਰੀ ਇੱਕ ਚੰਗੇ ਕੰਸਲਟੈਂਟ ਦਾ ਫਰਕ ਪੈਂਦਾ ਹੈਗਾ। ਸੋ ਚੂਜ਼ ਅ ਰਾਈਟ ਕੰਸਲਟੈਂਟ। ਵੈਬਸਾਈਟ ਔਰ ਜਿਸ ਤਰ੍ਹਾਂ ਮੈਂ ਕਿਹਾ ਇੰਸਟਾਗ੍ਰਾਮ, ਫੇਸਬੁੱਕ, ਇਹ ਸਾਰਾ। ਫੇਸਬੁੱਕ ਪੇਜ ਜਿਹੜਾ ਹੈ, ਮੇਰੀ ਰਿਕੁਐਸਟ ਸਾਰਿਆਂ ਨੂੰ
ਜਿਹੜੇ ਖਾਸ ਤੌਰ 'ਤੇ ਪਾਇਨੀਅਰ ਨੂੰ ਲੰਬੇ ਟਾਈਮ ਤੋਂ ਜਾਣਦੇ ਨੇ ਔਰ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਸੇਵਾਵਾਂ ਦੇ ਨਾਲ ਜੁੜੇ ਹੋਏ ਨੇ ਔਰ ਪਾਇਨੀਅਰ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਔਰ ਪਾਇਨੀਅਰ ਦੀ ਸਰਵਿਸਿਜ਼ ਦੇਖ ਚੁੱਕੇ ਨੇ ਕਿ ਬਹੁਤ ਜ਼ਿਆਦਾ ਓਨੈਸਟ ਸਿੰਸੀਅਰ ਸਰਵਿਸਿਜ਼ ਉਹ ਪਬਲਿਕ ਦੇ ਜਿਹੜੇ ਇੰਟਰਸਟ ਦੇ ਵਿੱਚ ਲੋਕ ਹਿੱਤ ਦੇ ਵਿੱਚ ਵੀ ਇਸ ਚੀਜ਼ ਦਾ ਖਿਆਲ ਰੱਖਣ ਕਿ ਆਪਣੇ ਲਾਈਕ ਪਾਇਨੀਅਰ ਇਮੀਗ੍ਰੇਸ਼ਨ ਦਾ ਪੇਜ ਕਰਨ ਔਰ ਉਸ ਦੇ ਬਾਅਦ ਇੰਸਟਾਗ੍ਰਾਮ ਔਰ YouTube ਚੈਨਲ ਸਬਸਕ੍ਰਾਈਬ ਲੇਟੈਸਟ ਇਨਫੋਰਮੇਸ਼ਨ ਨਾਲ ਅਪਡੇਟਡ ਰਹਿਣ ਕਿਉਂਕਿ ਉਹਨਾਂ ਦੇ ਯਾਰ ਦੋਸਤ ਫਰੈਂਡਸ ਪੁੱਛਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦੀ ਗਾਈਡੈਂਸ ਦੇ ਸਕਦੇ ਨੇ ਫੇਸਬੁੱਕ ਵਗੈਰਾ 'ਤੇ ਜਿਹੜਾ ਹੈਗਾ ਉਸ ਨੂੰ ਸ਼ੇਅਰ ਵੀ ਕਰਨ ਤਾਂ ਕਿ ਉਹਨਾਂ ਦੇ ਜਿਹੜੇ ਅੱਗੇ ਫੇਸਬੁੱਕ ਵਗੈਰਾ 'ਤੇ ਫਰੈਂਡਸ ਨੇ ਉਹਨਾਂ ਨੂੰ ਰਾਈਟ ਇਨਫੋਰਮੇਸ਼ਨ ਪਹੁੰਚ ਸਕੇ ਲੇਟੈਸਟ ਇਨਫੋਰਮੇਸ਼ਨ ਬਾਰੇ ਜਿਹੜੇ ਥੋੜ੍ਹੇ ਜਿਹੇ ਅਪਡੇਟਸ ਬਾਰੇ ਗੱਲਬਾਤ ਕਰਾਂਗੇ ਕਿ ਸਤੰਬਰ ਤੋਂ ਬਹੁਤ ਸਾਰੇ ਜਿਹੜੇ ਹੁਣ ਜਿਹੜਾ ਹੈਗਾ 1 ਅਗਸਤ ਲਾ ਲਓ 31 ਜੁਲਾਈ ਤੱਕ ਫਲਾਈਟਸ ਬੈਨ ਕੀਤੀਆਂ ਹੋਈਆਂ ਨੇ ਇੰਡੀਆ ਨੇ ਵੀ ਕੈਨੇਡਾ ਨੇ ਵੀ ਜਿਹੜੀ ਇਸ ਵਕਤ ਦੀ ਗੱਲ ਹੈਗੀ ਹੈ ਔਰ ਉਸ ਤੋਂ ਬਾਅਦ 31 ਜੁਲਾਈ ਤੋਂ ਬਾਅਦ ਕੀ ਫੈਸਲਾ ਹੋਏਗਾ ਇਹ ਹਾਲੇ ਕਿਸੇ ਨੂੰ ਨਹੀਂ ਪਤਾ ਬਾਰ-ਬਾਰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਈਵਨ ਗੌਰਮੈਂਟਾਂ ਦੇ ਅੰਦਰ ਦੇ ਫੈਸਲੇ ਨੇ 1 2 3 4 ਦਿਨ ਪਹਿਲਾਂ ਹੀ ਦਿੱਤੇ ਜਾਂਦੇ ਨੇ ਕਿਸੇ ਨੂੰ ਸਾਨੂੰ ਵੀ ਨਹੀਂ ਪਤਾ ਔਰ ਜਦੋਂ ਆਏਗੀ ਅਪਡੇਟ ਉਦੋਂ ਇਸੇ ਤਰੀਕੇ ਨਾਲ ਲਾਈਵ ਸੈਸ਼ਨ ਦੇ ਜ਼ਰੀਏ ਟੀਵੀ ਇੰਟਰਵਿਊ ਦੇ ਜ਼ਰੀਏ ਜਾਂ ਸਾਰੇ ਆਫਿਸਿਸ ਜਿਹੜੇ ਨੇ ਆਫਿਸਿਸ ਨੂੰ ਕੰਟੈਕਟ ਕਰਨਾ ਹੋਵੇ ਇਨਫੋਰਮੇਸ਼ਨ ਲੈਣ ਵਾਸਤੇ ਕੋਈ 70613 ਇੰਡੀਆ ਦਾ ਫੋਨ ਨੰਬਰ ਕੈਨੇਡਾ ਦਾ 6479612313 ਤੇ ਉਹ ਸਾਰੀ ਅਸੀਂ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਦਵਾਂਗੇ ਲੇਕਿਨ ਫਿਲਹਾਲ ਜਿਹੜੀ ਫਲਾਈਟਾਂ ਬੰਦ ਨੇ ਤੇ ਲੇਕਿਨ ਜਿਹੜੇ 18 ਮਾਰਚ ਤੋਂ ਪਹਿਲਾਂ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਨੇ ਉਹਨਾਂ ਨੂੰ ਟਰੈਵਲ ਰਿਸਟ੍ਰਿਕਸ਼ਨਸ ਦਾ ਜਿਹੜਾ ਹੈਗਾ ਉਸ ਤੋਂ ਐਗਜ਼ੈਂਪਟ ਨੇ ਉਹਨਾਂ 'ਤੇ ਲਾਗੂ ਨਹੀਂ ਹੁੰਦੀਆਂ 18 ਮਾਰਚ ਤੋਂ ਬਾਅਦ ਟਰੈਵਲ ਰਿਸਟ੍ਰਿਕਸ਼ਨਸ ਵੀ ਉਹਨਾਂ 'ਤੇ ਲਾਗੂ ਹੈਗੀਆਂ ਨੇ ਫਿਲਹਾਲ ਨਵੇਂ ਰੂਲ ਆਉਣਗੇ ਕੋਈ ਗੱਲਬਾਤ ਹੋਏਗੀ ਤਾਂ ਕੈਨੇਡਾ ਗੌਰਮੈਂਟ ਵੱਲੋਂ ਉਹ ਦੇਖਾਂਗੇ ਲੇਕਿਨ ਕੈਨੇਡਾ ਗੌਰਮੈਂਟ ਨੇ ਫਿਲਹਾਲ 18 ਮਾਰਚ ਤੋਂ ਪਹਿਲਾਂ ਦੇ ਜਿਹੜੇ ਵੀਜ਼ੇ ਲੱਗੇ ਬੱਚਿਆਂ ਦੇ ਨੂੰ ਟਰੈਵਲ ਐਗਜ਼ੈਂਪਸ਼ਨ ਤੋਂ ਐਗਜ਼ੈਂਪਟ ਕਰਨ ਦਾ ਮਤਲਬ ਇਹ ਟਰੈਵਲ ਰਿਸਟ੍ਰਿਕਸ਼ਨਸ ਤੋਂ ਐਗਜ਼ੈਂਪਟ ਕਰਨ ਦਾ ਮਤਲਬ ਇਹ ਕਿ ਅਗਰ ਫਲਾਈਟਾਂ ਆਉਣਗੀਆਂ ਤੇ ਉਹ ਆ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੂੰ ਔਰ ਈਵਨ ਕਿ ਵੰਦੇ ਭਾਰਤ ਮਿਸ਼ਨ ਦੇ ਰਾਹੀਂ ਜਿਹੜੀਆਂ ਫਲਾਈਟਸ ਆ ਰਹੀਆਂ ਨੇ ਉਹਨਾਂ ਨੂੰ ਵਿੱਚ ਵੀ ਅਗਰ ਸੀਟ ਹੋਵੇ ਤੇ ਤੁਸੀਂ ਜਿਹੜਾ ਹੈ ਸੀਟ ਬੁੱਕ ਕਰਾ ਕੇ ਔਰ ਤੁਸੀਂ ਆ ਸਕਦੇ ਹੋ ਔਰ ਫਲਾਈਟਾਂ ਅਗਰ ਖੁੱਲਣਗੀਆਂ ਜਿਸ ਤਰ੍ਹਾਂ ਅਗਸਤ ਦੇ ਮਹੀਨੇ ਦੇ ਵਿੱਚ ਤੇ ਫਿਰ ਵੀ ਉਹ ਆ ਸਕਦੇ ਨੇ ਹੋਰ ਕੀ ਲੇਟੈਸਟ ਨਵੇਂ ਕੀ ਰੂਲਸ ਆਉਣਗੇ ਉਸ ਦੇ ਨਾਲ ਵੀ ਟਾਈਮ ਦੇ ਨਾਲ ਗੱਲਬਾਤ ਕਰਦੇ ਰਹਾਂਗੇ ਲੇਕਿਨ ਜ਼ਿਆਦਾਤਰ ਕਾਲਜਿਸ ਨੇ ਈਵਨ ਕਿ ਸਤੰਬਰ ਅਨਫੋਰਚੂਨੇਟਲੀ ਹੈਗਾ ਕਿ ਜਿਹੜੀ ਹਾਲਾਤ ਨੂੰ ਦੇਖਦੇ ਹੋਏ ਕਿਉਂਕਿ ਈਵਨ ਕਿ ਮਤਲਬ 31 ਜੁਲਾਈ ਤੱਕ ਦਾ ਤਾਂ ਬੰਦ ਹੈਗੀ ਹੈ ਔਰ ਜਿਹੜੀ ਹਾਲੇ ਵੀ ਹਾਲਾਂਕਿ ਕੈਨੇਡਾ ਵੀ ਲੱਕੀ ਕਿ ਕੈਨੇਡਾ ਜਿਹੜਾ ਹੈਗਾ ਉਸ ਨੇ ਨਾਰਥ ਅਮਰੀਕਾ ਦੇ ਵਿੱਚ ਕੀ ਵਰਲਡ ਦੇ ਵਿੱਚ ਇਹ ਖਾਸ ਤੌਰ 'ਤੇ ਬਹੁਤ ਅੱਛਾ ਕਰਕੇ ਦਿਖਾਇਆ ਹੈਗਾ ਕਿ ਜਿਹੜਾ ਕੋਵਿਡ-19 ਦੇ ਜਿਹੜੇ ਕੇਸਿਸ ਕੋਰੋਨਾ ਦੇ ਬਹੁਤ ਹੀ ਘਟਾ ਲਏ ਨੇ ਉਸ 'ਤੇ ਬੜਾ ਜ਼ਿਆਦਾ ਰੋਕ ਲਾ ਕੇ ਬੜੀ ਆਪਣਾ ਕੰਟਰੋਲ ਦੇ ਵਿੱਚ ਕਰ ਲਿਆ ਹੈਗਾ ਅਨਫੋਰਚੂਨੇਟਲੀ ਇੰਡੀਆ ਦੇ ਵਿੱਚ ਬਹੁਤ ਵੱਧਦਾ ਪਿਆ ਹੈਗਾ ਲੇਕਿਨ ਕੈਨੇਡਾ ਦੇ ਵਿੱਚ ਘਟਣ ਕਰਕੇ ਇਹ ਜਿਹੜਾ ਹੈਗਾ ਫਾਇਦਾ ਹੈਗਾ ਲੇਕਿਨ ਫਿਰ ਵੀ ਇਸ ਨੂੰ ਹੋਰ ਕੰਟਰੋਲ ਕਰਨ ਵਾਸਤੇ ਔਰ ਵਧੇ ਨਾ ਇਸ ਦੀ ਇਹ ਹਿਦਾਇਤ ਵਾਸਤੇ ਖਿਆਲ ਕਰਨ ਵਾਸਤੇ ਪ੍ਰੀਕਾਸ਼ਨ ਵਾਸਤੇ ਉਹਨਾਂ ਨੇ ਜਿਹੜਾ ਕੈਨੇਡਾ ਗੌਰਮੈਂਟ ਨੇ ਹਾਲੇ ਉਸ 'ਤੇ ਜਿਹੜਾ ਹੈਗਾ ਸੋਚ ਵਿਚਾਰ ਕੇ ਜਿਹੜਾ ਹੈਗਾ ਛੂਟ ਦੇ ਰਹੇ ਨੇ ਔਰ ਇਸੇ ਕਰਕੇ ਕੈਨੇਡੀਅਨ ਕਾਲਜਿਸ ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਨੇ ਕੀ ਕੀਤਾ ਕਿ ਸਤੰਬਰ ਦੇ ਵਿੱਚ ਵੀ ਜਿਹੜੇ ਜ਼ਿਆਦਾਤਰ ਕਲਾਸਿਸ ਨੂੰ ਆਨਲਾਈਨ ਕਰ ਦਿੱਤਾ ਹੈਗਾ ਔਰ ਕੈਨੇਡਾ ਅੰਬੈਸੀ ਨੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਸੀਗੀ ਕਿ ਇਹ ਕਰ ਦਿੱਤਾ ਕਿ ਛੂਟ ਕਰ ਦਿੱਤੀ ਕਿ ਜਿਹੜੇ ਬੱਚੇ ਈਵਨ ਕਿ ਇੰਡੀਆ ਦੇ ਵਿੱਚ ਬੈਠ ਕੇ ਆਨਲਾਈਨ ਕਲਾਸਿਸ ਲਾਣਗੇ ਉਹਨਾਂ ਦੀ ਪੜ੍ਹਾਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਮੰਨੀ ਜਾਏਗੀ ਉਹਨਾਂ ਨੂੰ ਦਿੱਤਾ ਜਾਏਗਾ 50% ਆਫ ਦਾ ਕੋਰਸ ਸਿਟਿੰਗ ਫਰੋਮ ਇੰਡੀਆ ਦਾ ਮਤਲਬ ਉੱਥੇ ਬੈਠ ਕੇ ਕੀਤਾ ਜਾ ਸਕਦਾ ਹੈ ਕੋਈ ਦਿੱਕਤ ਨਹੀਂ ਹੈਗੀ ਹੈ ਹੋਰ ਵੀ ਅਗਰ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਆਪਣੀ ਕੋਈ ਕਨਫਿਊਜ਼ਨ ਹੋਵੇ ਤੇ ਸਾਡੇ ਆਫਿਸ ਦੇ ਵਿੱਚ ਕਾਉਂਸਲਰਸ ਮੈਨੇਜਰ ਨਾਲ ਗੱਲਬਾਤ ਕਰ ਸਕਦੇ ਹੋ ਔਰ ਸਾਰੀ ਤੁਹਾਡੀ ਕੋਈ ਕੁਐਸਚਨਸ ਹੋਣ ਤਾਂ ਉਸ ਦੀ ਜਿਹੜਾ ਸੋਲਵ ਕਰਾ ਸਕਦੇ ਹੋ ਲੇਕਿਨ ਜ਼ਿਆਦਾਤਰ ਕਾਲਜਿਸ ਨੇ ਸਤੰਬਰ ਦਾ ਜਿਹੜਾ ਹੈਗਾ ਇਨਟੇਕ ਨੂੰ ਆਨਲਾਈਨ ਕਰ ਦਿੱਤਾ ਕੁਝ ਕਾਲਜਿਸ ਨੇ ਜਿਨ੍ਹਾਂ ਦਾ ਆਨਲਾਈਨ ਦਾ ਕੁਝ ਇਸ ਤਰ੍ਹਾਂ ਦਾ ਨਹੀਂ ਉਹਨਾਂ ਨੂੰ ਦਿੱਕਤ ਆਈ ਰੇਅਰ ਕਾਲਜਿਸ ਉਹਨਾਂ ਨੇ ਉਸ ਨੂੰ ਸਾਰੇ ਆਪਣੀ ਪ੍ਰੋਗਰਾਮਸ ਨੂੰ ਡੈਫਰ ਕਰ ਦਿੱਤਾ ਜਨਵਰੀ ਵਾਸਤੇ ਜ਼ਿਆਦਾਤਰ ਕਾਲਜਿਸ ਨੇ ਆਨਲਾਈਨ ਕਰ ਦਿੱਤਾ ਔਰ ਆਨਲਾਈਨ ਅਗਰ ਅਸੀਂ ਜਿਹੜੇ ਬੱਚੇ ਕਰਨਗੇ ਠੀਕ ਹੈ ਨਹੀਂ ਕਰਨਾ ਚਾਹਣਗੇ ਤੇ ਉਹਨਾਂ ਨੂੰ ਇਹ ਹੈਗੀ ਹੈ ਚੁਆਇਸ ਉਹਨਾਂ ਕੋਲੇ ਆਪਸ਼ਨ ਕਿ ਉਹ ਜਨਵਰੀ 21 ਦੇ ਇਨਟੇਕ ਵਾਸਤੇ ਡੈਫਰ ਕਰਾ ਸਕਦੇ ਹੈ ਲੇਕਿਨ ਇਹ ਅੱਜ ਖਾਸ ਗੱਲ ਕਿ ਅਸੀਂ
ਇਹ ਖਾਸ ਸਰਵੇ ਕੀਤਾ ਕਿ ਜਿੰਨੇ ਬੱਚਿਆਂ ਨੇ ਵੀ ਮਈ ਦੇ ਵਿੱਚ ਜਾਂ ਹੋਰ ਉਸ ਤੋਂ ਬਾਅਦ ਦੇ ਇਨਟੇਕਸ ਦੇ ਵਿੱਚ ਆਨਲਾਈਨ ਕਲਾਸਿਸ ਲਾਈਆਂ ਸੀਗੀਆਂ, ਚੰਗੀ ਤਰ੍ਹਾਂ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਇਹ ਪਤਾ ਕਰ ਲਿਆ ਕਿ ਉਹਨਾਂ ਨੂੰ, ਕਿਉਂਕਿ ਤੁਹਾਡੇ ਇੰਟਰਸਟ ਦੇ ਵਿੱਚ ਬੱਚੇ, ਸਟੂਡੈਂਟਸ, ਪੇਰੈਂਟਸ ਸਾਡੇ ਨਾਲ 2003 ਤੋਂ ਇੰਨੇ ਪੁਰਾਣੇ ਹਜ਼ਾਰਾਂ ਬੱਚੇ ਜੁੜੇ ਨੇ ਜਿਨ੍ਹਾਂ ਦੇ ਵੀਜ਼ੇ ਲੱਗਦੇ ਨੇ ਜਾਂ ਜਿਨ੍ਹਾਂ ਦੀ ਲੱਗਣੇ ਨੇ, ਹਾਲੇ ਫਾਈਲਸ ਅੰਬੈਸੀ ਦੇ ਵਿੱਚ ਸਬਮਿਟ ਹੋ ਚੁੱਕੀਆਂ ਨੇ, ਵੀ ਆਰ ਵੇਟਿੰਗ ਫॉर देयर ਵੀਜ਼ਾਸ, ਔਰ ਜਿਨ੍ਹਾਂ ਦੀ ਹਲੇ ਲਾ ਵੀ ਰਹੇ ਹੈ, ਹਲੇ ਸਤੰਬਰ ਇਨਟੇਕ ਦੀਆਂ ਫਾਈਲਾਂ ਲੱਗਦੀਆਂ ਪਈਆਂ ਨੇ। ਉਹ ਇੰਨਾ ਜ਼ਿਆਦਾ ਫੇਥ, ਮਾਨ ਔਰ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਸਾਡੇ 'ਤੇ ਯਕੀਨ ਔਰ ਗੱਲਬਾਤ ਕਰਕੇ ਸਾਡੇ ਨਾਲ ਉਸ ਤਰੀਕੇ ਨਾਲ ਕਰਨਾ ਚਾਹੁੰਦੇ ਨੇ, ਐਕਸ਼ਨ ਲੈਣਾ ਚਾਹੁੰਦੇ ਨੇ। ਕਾਲਜਿਸ ਪੁੱਛਦੇ ਪਏ ਨੇ ਕਿ ਆਨਲਾਈਨ ਕਲਾਸਿਸ ਲਾਉਣਾ ਚਾਹੁੰਦੇ ਹੋ ਜਾਂ ਡੈਫਰ ਕਰਕੇ ਅਗਲੇ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ। ਤੇ ਅਸੀਂ ਫਾਈਨਲੀ ਇਹ ਸਾਰਾ ਸੋਚ ਵਿਚਾਰ ਕਰਕੇ ਦੇਖਿਆ ਕਿ ਆਨਲਾਈਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਜ਼ਰ ਆਈ ਔਰ ਬੱਚਿਆਂ ਨੂੰ ਕਰ ਲੈਣਾ ਚਾਹੀਦਾ ਹੈਗਾ। ਅਗਰ ਤੁਹਾਨੂੰ ਕੋਈ ਝਿਜਕ ਜਾਂ ਕੋਈ ਤਕਲੀਫ ਲੱਗਦੀ ਪਈ ਹੈ ਤਾਂ ਸਾਡੇ ਆਫਿਸ ਨਾਲ ਕੰਟੈਕਟ ਕਰ ਲਓ, ਬਟ ਆਈ ਸਟਰੋਂਗਲੀ ਐਡਵਾਈਜ਼ ਕਿ ਤੁਸੀਂ ਆਨਲਾਈਨ ਕਰੋ। ਔਰ ਜ਼ਿਆਦਾਤਰ ਕਾਲਜਿਸ ਨੇ ਇਹ ਵੀ ਕਰ ਦਿੱਤਾ ਕਿ ਅਗਰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆਉਂਦੀ ਆ ਆਨਲਾਈਨ ਕਰਨ ਦੇ ਵਿੱਚ, ਤੇ ਉਹਨਾਂ ਦੀ ਫੀਸ ਵਗੈਰਾ ਕੋਈ ਕੱਟੀ ਨਹੀਂ ਜਾਏਗੀ ਔਰ ਉਹ ਆਪਣੇ ਫੈਸਲੇ ਨੂੰ ਵਾਪਸ ਲੈ ਸਕਦੇ ਆ। ਦੇ ਕੈਨ ਸਟਾਪ ਡੂਇੰਗ ਆਨਲਾਈਨ ਕਲਾਸਿਸ ਐਂਡ ਦੈਨ ਉਹਨਾਂ ਦਾ ਜਿਹੜਾ ਹੈ ਡੈਫਰ ਕੀਤਾ ਜਾ ਸਕਦਾ ਹੈ, ਨੈਕਸਟ ਇਨਟੇਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਏਗੀ। ਤੇ ਆਨਲਾਈਨ ਕਲਾਸਿਸ ਤੁਸੀਂ ਓਕੇ ਕਰਕੇ ਅੱਗੇ ਵਧੋ ਤੇ ਆਪਣੀ ਜਿਹੜਾ ਹੈ, ਤਾਂ ਕਿ ਟਾਈਮ ਵੀ ਬਚੇ ਆਪਣਾ, ਔਰ ਘਰੇ ਬੈਠ ਕੇ ਜਦੋਂ ਤੁਸੀਂ ਕਰੋਗੇ ਤੇ ਕੈਨੇਡਾ ਦੇ ਜਿਹੜੇ ਲਿਵਿੰਗ ਐਕਸਪੈਂਸਿਸ ਨੇ ਉਹ ਵੀ ਬਚਣਗੇ ਤੇ ਟਾਈਮ ਵੀ ਬਚੇਗਾ। ਸੋ ਲੇਕਿਨ ਜਿਹੜੇ ਬੱਚੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹਨਾਂ ਨੂੰ ਜਿਹੜੀ ਟਰੈਵਲ ਰਿਸਟ੍ਰਿਕਸ਼ਨਸ ਤੋਂ ਐਗਜ਼ੈਂਪਸ਼ਨ ਹੈਗੀ 18 ਮਾਰਚ ਤੋਂ ਪਹਿਲਾਂ ਦੇ ਵੀਜ਼ੇ ਨਹੀਂ, ਜਾਂ ਉਸ ਤੋਂ ਬਾਅਦ ਅਗਰ ਕੋਈ ਰੂਲ ਆਉਂਦੇ ਨੇ, ਤੇ ਜਿਨ੍ਹਾਂ ਨੇ ਵੀ ਟਰੈਵਲ ਕਰਨਾ ਹੈਗਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਇੱਕ ਖਾਸ ਚਿੱਠੀ ਦੀ ਲੋੜ ਪਏਗੀ ਕਾਲਜ ਵੱਲੋਂ ਕਿ ਜਿਨ੍ਹਾਂ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਕੋਰਸਿਸ ਦੇ ਵਿੱਚ ਹੈਂਡਸ ਔਨ ਐਕਸਪੀਰੀਅੰਸ ਦੀ, ਜਾਂ ਮਤਲਬ ਪਰਸਨਲੀ ਲੈਬੋਰਟਰੀ ਵਗੈਰਾ ਦੇ ਵਿੱਚ ਕੋਈ ਹੈਂਡਸ ਵਾਲੇ ਹੱਥੋਂ ਕੰਮ, ਜ਼ਰੂਰੀ ਕੰਮ ਕਰਨ ਵਾਲੇ ਪ੍ਰੋਗਰਾਮਸ ਦੇ ਵਾਸਤੇ ਹੀ ਜ਼ਰੂਰੀ ਜਿਹੜਾ ਹੈਗਾ ਕੈਨੇਡਾ ਵਿੱਚ ਬੁਲਾਇਆ ਜਾਏਗਾ। ਬਾਕੀ ਜਿਹੜੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਪਰਸਨਲੀ ਕਲਾਸਿਸ ਅਟੈਂਡ ਕਰਨੀਆਂ ਜ਼ਰੂਰੀ ਹੋਣ, ਉਹਨਾਂ ਨੇ ਆਨਲਾਈਨ ਹੀ ਰੱਖਣਾ ਹੈ। ਉਹ ਚਿੱਠੀਆਂ ਨਹੀਂ ਦਿੱਤੀਆਂ ਜਾਣਗੀਆਂ। ਜਿਨ੍ਹਾਂ ਦੇ ਪ੍ਰੋਗਰਾਮ ਵਾਸਤੇ ਜ਼ਰੂਰੀ ਹੈਗਾ ਪਰਸਨਲੀ ਕਲਾਸਿਸ ਲਾਣਾ, ਇਹੋ ਜਿਹੇ ਪ੍ਰੋਗਰਾਮ ਨੇ, ਉਹਨਾਂ ਪ੍ਰੋਗਰਾਮ ਦੇ ਵਾਸਤੇ ਕਾਲਜਿਸ ਇੱਕ ਸਪੈਸ਼ਲ ਚਿੱਠੀ ਦੇਣਗੇ ਬੱਚਿਆਂ ਦੇ, ਇੰਡੀਵਿਜੂਅਲ ਆਰਡਰ ਬੱਚਿਆਂ ਦੇ ਨਾਂ ਤੇ, ਕਿ ਇਸ ਬੱਚੇ ਨੂੰ ਇਹ ਵਾਲੇ ਪ੍ਰੋਗਰਾਮ ਵਿੱਚ ਐਨਰੋਲਡ ਹੈਗਾ, ਇਹ ਲਾਣਾ ਹੈਗਾ, ਪੜ੍ਹਨਾ ਹੈਗਾ, ਤੇ ਇਸ ਬੱਚੇ ਨੂੰ ਇੱਥੇ ਆ ਕੇ ਜਿਹੜਾ ਹੈ ਪਰਸਨਲੀ ਕਲਾਸਿਸ ਲਾਣੀਆਂ ਜ਼ਰੂਰੀ ਹੈਗੀਆਂ। ਸੋ ਉਸ ਜਿਹੜਾ ਹੈ ਚਿੱਠੀ ਦੀ ਜ਼ਰੂਰਤ ਪਏਗੀ। ਅਗਰ ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹਦੇ ਵਿੱਚ ਪਰਸਨਲੀ ਆ ਕੇ ਤੁਹਾਨੂੰ ਕਲਾਸਿਸ ਲਾਉਣ ਦੀ ਲੋੜ ਪਵੇ, ਤਾਂ ਤੁਸੀਂ ਇਹ ਸੋਚ ਲਓ ਕਿ ਤੁਹਾਨੂੰ ਇੱਥੇ ਆਉਣ ਦੇ ਵਿੱਚ ਦਿੱਕਤ ਆ ਸਕਦੀ ਹੈ, ਸ਼ਾਇਦ ਨਾ ਆਇਆ ਜਾਵੇ ਤੁਹਾਡੇ ਕੋਲੋਂ। ਔਰ ਇਨ ਦੈਟ ਕੇਸ ਤੁਸੀਂ ਉੱਥੋਂ ਇੰਡੀਆ ਤੋਂ ਹੀ ਆਨਲਾਈਨ ਕਲਾਸਿਸ ਦੀ ਆਪਣੀ ਤਿਆਰੀ ਸ਼ੁਰੂ ਕਰ ਲਓ। ਆਪਣੇ ਅੱਛਾ ਇੰਟਰਨੈਟ ਹੋਵੇ, ਜਿਹੜਾ ਭਾਵੇਂ ਕੋਸਟ ਕੁਛ ਲੱਗ ਜਾਏ, ਖਰਚਾ ਲੱਗ ਜਾਏ, ਬਰੋਡਬੈਂਡ ਵਗੈਰਾ ਕੋਈ ਇਸ ਤਰ੍ਹਾਂ ਦਾ ਹੋਵੇ ਜਿਹਦੀ ਇੰਟਰਨੈਟ ਦੀ ਸਪੀਡ ਵਧੀਆ ਹੋਵੇ, ਕੰਪਿਊਟਰ ਵਧੀਆ ਹੋਵੇ, ਔਰ ਇਸ ਤਰ੍ਹਾਂ ਥੋੜ੍ਹਾ ਕੰਪਿਊਟਰ ਫਰੈਂਡਲੀ ਹੋ ਜਾਓ ਤਾਂ ਕਿ ਤੁਸੀਂ ਜਿਹੜਾ ਹੈ ਆਨਲਾਈਨ ਕਲਾਸਿਸ ਲਾ ਸਕੋ। ਔਰ ਬੜੇ ਸਾਰੇ ਕਾਲਜ ਜਿਹੜੇ ਨੇ 14 ਡੇਜ਼ ਦਾ, ਜਿਨ੍ਹਾਂ ਨੇ ਇੱਥੇ ਆਉਣਾ ਹੈਗਾ, ਉਹਨਾਂ ਨੂੰ ਪਹਿਲਾਂ ਵੀ ਪਿਛਲੇ ਸੈਸ਼ਨ ਦੇ ਵਿੱਚ ਗੱਲਾਂ ਹੋਈਆਂ ਸੀਗੀਆਂ ਕਿ ਕੁਆਰੰਟੀਨ ਪਲਾਨ ਦੇਣਾ ਪੈਣਾ ਹੈਗਾ ਕੈਨੇਡਾ ਅੰਬੈਸੀ ਨੂੰ, ਕੈਨੇਡੀਅਨ ਕਾਲਜਿਸ ਨੂੰ, ਕਿ ਇੱਥੇ ਆ ਕੇ 14 ਦਿਨ ਜਿਹੜਾ ਹੈ ਵੱਖਰੇ ਰਹਿਣਾ ਪੈਣਾ ਹੈਗਾ, ਜਿਸ ਦੇ ਵਿੱਚ ਕਮਰਾ ਜਾਂ ਘਰ ਤੇ ਇੱਕ ਜਿਹੜਾ ਬਾਥਰੂਮ ਵੱਖਰਾ ਹੋਵੇ, ਜਿਸ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਨਾਲ ਮਿਲਣ ਜੁਲਣ ਦੀ ਲੋੜ ਨਾ ਪਵੇ। ਔਰ ਭਾਵੇਂ ਉਹ ਹੋਟਲ ਦੇ ਵਿੱਚ ਹੋਵੇ, ਭਾਵੇਂ ਕਿਸੇ ਫਰੈਂਡ ਰਿਲੇਟਿਵ ਵਗੈਰਾ ਦੇ ਕੋਲੇ ਹੋਵੇ, ਤੇ ਉਸ ਹਾਲਤ ਦੇ ਵਿੱਚ ਜਿਹੜਾ ਹੈਗਾ ਤਾਂ ਕਿ ਇਹ ਜਿਹੜਾ ਅੱਜ ਕੱਲ੍ਹ ਕੋਵਿਡ-19 ਦੀ ਪ੍ਰੀਕਾਸ਼ਨ ਚੱਲਦੀਆਂ ਪਈਆਂ, ਉਹ ਸਾਰੇ ਪਾਸੇ, ਸਾਰੇ ਵਰਲਡ ਦੇ ਵਿੱਚ ਇਹੀ ਚੱਲਦੀਆਂ ਪਈਆਂ ਵੀ ਕਿਤੋਂ ਵੀ ਕਿਤੇ ਟਰੈਵਲ ਕੀਤਾ ਜਾਵੇ ਤੇ ਉਹ ਕੁਆਰੰਟੀਨ ਹੋਣਾ ਪੈਣਾ। ਉਹ ਕੁਆਰੰਟੀਨ ਦਾ ਪਲਾਨ ਹੋਵੇ, ਜਾਂ ਕੋਈ ਫਰੈਂਡ ਰਿਲੇਟਿਵ ਦੇ ਘਰੇ ਉਹ ਲਿਖ ਕੇ ਦੇਣਗੇ ਕਿ ਸਾਡੇ ਘਰੇ ਆਏਗਾ ਸਟੂਡੈਂਟ, ਔਰ ਅਸੀਂ ਇਸ ਦੀ ਹਰ ਤਰ੍ਹਾਂ ਦੀ ਕੇਅਰ ਕਰਾਂਗੇ, ਔਰ ਅੱਡ ਰੱਖਣ ਦਾ ਇੰਤਜ਼ਾਮ ਹੋਵੇ, ਅੱਡ ਰੱਖਾਂਗੇ ਕਮਰੇ ਦੇ ਵਿੱਚ, ਜਾਂ ਫਿਰ ਹੋਟਲ ਵਗੈਰਾ ਜਿੱਥੇ ਵੀ ਪੇਡ ਹੋਵੇ। ਔਰ ਅਗਰ ਤੁਹਾਡੇ ਕੋਲ ਕੋਈ ਪਲਾਨ ਨਹੀਂ ਹੋਏਗਾ ਤਾਂ ਤੁਸੀਂ ਲਿਖੋਗੇ ਕਿ ਪਲਾਨ ਨਹੀਂ ਹੈਗਾ ਸਾਡੇ ਕੋਲ, ਤੇ ਕੈਨੇਡਾ ਗੌਰਮੈਂਟ ਵੱਲੋਂ, ਕੈਨੇਡਾ ਅੰਬੈਸੀ ਵੱਲੋਂ ਤੁਹਾਡਾ ਇੰਤਜ਼ਾਮ ਕੀਤਾ ਜਾਏਗਾ, ਉਸ ਦਾ ਜਿਹੜਾ ਰਹਿਣ ਸਹਿਣ ਦਾ, ਖਾਣ ਪੀਣ ਦਾ ਖਰਚਾ ਤੁਹਾਡੇ ਕੋਲੋਂ ਲਿੱਤਾ ਜਾਏਗਾ। ਔਰ ਅਗਰ ਕੋਈ ਜਿਸ ਤਰ੍ਹਾਂ ਤੁਹਾਡੇ ਫਰੈਂਡ ਵਗੈਰਾ ਕੋਲੇ ਤੁਸੀਂ ਜਾਂਦੇ ਹੋ ਤੇ ਕੁਆਰੰਟੀਨ ਪਲਾਨ ਇਸ ਤਰ੍ਹਾਂ ਦਾ ਦਿਖਾਉਂਦੇ ਆ, ਤੇ ਤੁਹਾਡੇ ਫਰੈਂਡ ਵਗੈਰਾ ਇਹ ਲਿਖਣ ਕਿ ਅਗਰ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏਗੀ ਤੇ ਇਹ ਕਮਰੇ 'ਚ ਰਹਿਣਗੇ, ਔਰ ਅਸੀਂ ਇਹਨਾਂ ਨੂੰ ਬਾਜ਼ਾਰੋਂ ਕੋਈ ਚੀਜ਼ ਲਿਆਣੀ ਹੈ, ਇਸ ਤਰ੍ਹਾਂ ਦਾ ਕੋਈ ਲੋੜ ਪਈ ਤੇ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਂਗੇ।
VFS ਹਾਲੇ ਵੀ ਕਲੋਜ਼ ਨੇ ਅੰਟਿਲ ਫਰਦਰ ਨੋਟਿਸ, ਜਦੋਂ ਤੱਕ ਅੱਗੇ ਤੱਕ ਦਾ ਕੁਝ ਨਹੀਂ ਗੱਲਬਾਤ ਹੁੰਦੀ ਹਾਲੇ ਕੋਈ ਡੇਟ ਦਾ ਨਹੀਂ ਦੱਸਿਆ ਗਿਆ, ਔਰ VFS ਕਲੋਜ਼ ਨੇ। ਹਾਲੇ ਜਿਹੜੀਆਂ ਫਿਜ਼ੀਕਲ ਫਾਈਲਸ, ਜਿਹੜੀਆਂ ਪੇਪਰ ਫਾਈਲਸ ਜਿਹੜੀਆਂ ਨੇ ਉਹ ਨਹੀਂ ਲਿੱਤੀਆਂ ਜਾ ਰਹੀਆਂ। ਐਮਬੈਸੀਜ਼ ਓਪਨ ਨੇ, ਆਨਲਾਈਨ ਜਿਹੜੀਆਂ ਫਾਈਲਾਂ ਲਾਉਂਦੀਆਂ ਪਏ ਨੇ, ਸਟੂਡੈਂਟ ਵੀਜ਼ਾ ਦੀਆਂ ਫਾਈਲਾਂ, ਵਿਜ਼ਿਟਰ ਵੀਜ਼ਾ ਦੀਆਂ ਫਾਈਲਾਂ, ਜਿਹੜਾ ਸਪਾਊਸ ਓਪਨ ਵਰਕ ਪਰਮਿਟ ਦੇ ਰਿਜ਼ਲਟਸ ਵੀ ਆ ਰਹੇ ਨੇ, ਬੜੇ ਅੱਛੇ ਰਿਜ਼ਲਟਸ ਆ ਰਹੇ ਨੇ, ਔਰ ਉਹਦੀਆਂ ਫਾਈਲਾਂ ਵੀ ਲੱਗਦੀਆਂ ਪਈ। ਜਿੰਨੇ ਵੀ ਟੈਂਪਰੇਰੀ ਐਂਟਰੀ ਵੀਜ਼ਾ ਨੇ ਉਹ ਜਿਹੜੇ ਨੇ ਖੁੱਲ੍ਹੇ ਹੋਏ ਨੇ, ਔਰ ਅਸੀਂ ਆਨਲਾਈਨ ਫਾਈਲਾਂ ਲਾ ਸਕਦੇ ਹੈਗੇ ਹਾਂ। ਔਰ ਸਤੰਬਰ ਵਾਸਤੇ ਜਿਹੜਾ ਅਸੀਂ ਸਟੂਡੈਂਟਸ ਦੀ ਫਾਈਲਾਂ ਲਾਣੇ ਪਏ, ਜਿਨ੍ਹਾਂ ਬੱਚਿਆਂ ਦੇ ਆਫਰ ਲੈਟਰਾਂ ਆਈਆਂ ਹੋਈਆਂ ਨੇ, ਹੁਣ ਡੈਡਲਾਈਨ ਦਾ ਟਾਈਮ ਹੈਗਾ, ਆਖਰੀ ਟਾਈਮ ਚੱਲਦਾ ਪਿਆ, ਕੁਝ ਦਿਨ ਬਾਕੀ ਨੇ। ਫਟਾਫਟ ਜਿਹੜੇ ਬੱਚੇ ਸੋਚ ਵਿਚਾਰ ਕਰਦੇ ਪਏ, ਸਤੰਬਰ ਦੀ ਅਗਰ ਆਫਰ ਲੈਟਰ ਆਈਆਂ ਨੇ, ਫਟਾਫਟ ਉਹ ਪੈਸੇ ਜਿਹੜੇ ਆ ਫੀਸ ਵਗੈਰਾ ਭਰ ਕੇ, GIC ਭਰ ਕੇ, ਫਟਾਫਟ ਫਾਈਲ ਤਿਆਰ ਕਰਕੇ ਲਾਣੀ ਪੈਣੀ ਹੈ। ਇਹ ਨਾ ਹੋਏ ਕਿ ਲੇਟ ਹੋ ਜਾਈਏ, ਜਲਦੀ ਆਪਾਂ ਫਾਈਲ ਲਾ ਲੈਣੀ ਹੈ। ਔਰ ਸਤੰਬਰ ਵਾਸਤੇ ਹੁਣ ਵੀ ਇੱਕ ਦੋ ਕੁਝ ਕਾਲਜਿਸ ਹੋਣਗੇ ਜਿੱਥੇ ਐਡਮਿਸ਼ਨ ਹੋ ਕੇ ਫਟਾਫਟ ਫਾਈਲ ਲੱਗ ਸਕਦੀ ਹੈ। ਅਦਰਵਾਈਜ਼ ਫਿਰ ਸਤੰਬਰ ਦੀ ਜ਼ਿਆਦਾਤਰ ਕਾਲਜ ਵਿੱਚ ਜਿਹੜਾ ਸੀਟਾਂ ਖਤਮ ਹੋ ਕੇ ਕਲੋਜ਼ ਹੋ ਗਈ ਐਡਮਿਸ਼ਨਸ, ਔਰ ਜਨਵਰੀ ਵਾਸਤੇ ਐਡਮਿਸ਼ਨ ਸ਼ੁਰੂ ਹੋ ਚੁੱਕੀਆਂ ਨੇ। ਔਰ ਜਨਵਰੀ ਵਾਸਤੇ ਵੀ ਕੁਝ ਕਾਲਜਿਸ ਦੇ ਵਿੱਚ ਸੀਟਾਂ ਜਿਹੜੀਆਂ ਨੇ ਖਤਮ ਹੋ ਗਈਆਂ ਨੇ ਕੁਝ ਪ੍ਰੋਗਰਾਮਸ ਦੀਆਂ। ਸੋ ਉਹ ਜਨਵਰੀ ਵਿੱਚ ਜਿਨ੍ਹਾਂ ਨੇ ਜਾਣਾ ਉਹ ਸਾਨੂੰ ਕੰਟੈਕਟ ਕਰ ਲੈਣ, ਔਰ ਐਡਮਿਸ਼ਨ ਵਾਸਤੇ ਔਰ ਬਾਕੀ ਜਿਹੜਾ ਪ੍ਰੋਸੈਸ ਹੈ ਆਪਾਂ ਸ਼ੁਰੂ ਕਰ ਲਈਏ। ਔਰ ਸਪਾਊਸ ਵੀਜ਼ਾ ਜਿਹੜਾ ਹੈਗਾ ਉਹ ਸਾਰਾ ਚੱਲਦਾ ਪਿਆ ਹੈਗਾ, ਸਕਸੈਸ ਰੇਟ ਬਹੁਤ ਹਾਈ ਹੈਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਔਰ ਤੁਸੀਂ ਜਿਹੜਾ ਹੈਗਾ ਆਪਣੀਆਂ ਸਪਾਊਸ ਵੀਜ਼ਾ ਜਿਹੜਾ ਓਪਨ ਵਰਕ ਪਰਮਿਟ ਹੈਗਾ ਉਹ ਹੈਗਾ, ਜਾਂ ਹੋਰ ਵਿਜ਼ਟਰ ਵੀਜ਼ਾ, ਸਾਰੇ ਜਿਹੜੇ ਔਰ ਰਿਜ਼ਲਟਸ ਵੀ ਚੰਗੇ ਆ ਰਹੇ ਹੈਗੇ ਆ। ਟਾਈਮ ਦੀ ਗੱਲ ਹੈ, ਕਿਸੇ ਟਾਈਮ ਕੋਈ ਸਟ੍ਰਿਕਟ ਟਾਈਮ ਚੱਲਦਾ ਪਿਆ ਹੁੰਦਾ ਹੈ। ਇਸ ਵਕਤ ਵਿਜ਼ਟਰ ਵੀਜ਼ਾ ਔਰ ਸਪਾਊਸ ਵੀਜ਼ਾ ਵਧੀਆ, ਓਪਨ ਵਰਕ ਪਰਮਿਟ ਦੇ ਬਹੁਤ ਜ਼ਿਆਦਾ ਚੰਗੇ ਰਿਜ਼ਲਟਸ। ਸਪਾਊਸ ਵੀਜ਼ਾ ਦੇ ਉੱਪਰ, ਓਪਨ ਵਰਕ ਪਰਮਿਟ ਦੇ ਉੱਪਰ ਬਹੁਤ ਸਾਰੀਆਂ ਕੁਐਸਚਨਸ ਮੈਨੂੰ ਆਉਂਦੇ ਨੇ, ਲੋਕ ਪੁੱਛਦੇ ਨੇ, ਤੇ ਤੁਸੀਂ ਉਸ ਦੇ ਬਾਰੇ ਜਿਹੜਾ ਹੈਗਾ ਸਾਰੀ ਡਿਟੇਲ ਮੈਂ 4 ਅਗਸਤ ਨੂੰ ਜਿਹੜਾ ਹੈ ਆਨਲਾਈਨ ਇਸ ਤਰ੍ਹਾਂ ਲਾਈਵ ਸੈਸ਼ਨ ਕੀਤਾ ਸੀਗਾ ਫੇਸਬੁੱਕ ਤੇ, ਉੱਥੇ ਮੁੜ ਕੇ ਜਾ ਕੇ ਦੇਖ ਕੇ ਫੇਸਬੁੱਕ ਤੇ ਤੁਸੀਂ ਉਹ ਸਾਰਾ ਜਿਹੜਾ ਹੈ ਨੋਟ ਕਰ ਲਓ, ਔਰ ਉਸ ਦੇ ਉੱਪਰ ਜਿਹੜਾ ਹੈ ਜਿਸ ਤਰ੍ਹਾਂ ਮੈਂ ਪ੍ਰੀਕਾਸ਼ਨਸ, ਹਦਾਇਤਾਂ ਜਾਂ ਜੋ ਐਡਵਾਈਸ ਦਿੱਤੀ ਹੈ ਉਸ ਦੇ ਉੱਪਰ ਅਮਲ ਕਰਕੇ ਤੁਸੀਂ ਉਹ ਜਿਹੜੀ ਹੈ ਉਸ ਦੇ ਆਪਣੇ ਡਾਕੂਮੈਂਟਸ ਵਗੈਰਾ ਤਿਆਰ ਕਰਵਾ ਸਕਦੇ ਹੋ। ਸਾਡੀ ਟੀਮ ਨੂੰ ਮਿਲ ਕੇ ਆਪਣੀ ਫਾਈਲ ਦੀ ਤਿਆਰੀ ਕਰਵਾ ਸਕਦੇ ਹੋ। ਅੱਛੀ ਖੁਸ਼ਖਬਰੀ ਦੀ ਗੱਲ ਇਹ ਹੈਗੀ ਹੈ, ਆਈਲੈਟਸ ਦੀ ਜਿਹੜੀ ਹੈ ਟੈਸਟ ਜਿਹੜੇ ਨੇ ਉਹ ਲੈਣੇ ਸ਼ੁਰੂ ਕਰ ਦਿੱਤੇ। ਆਈਲੈਟਸ ਦੀ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਇਹਨਾਂ ਦੀ ਜਿਹੜੀ IDP ਹੈ ਜਾਂ ਬ੍ਰਿਟਿਸ਼ ਕਾਉਂਸਲ ਹੈਗੀ ਹੈ, ਉਹਨਾਂ ਨੇ ਟੈਸਟ ਲੈਣੇ ਸ਼ੁਰੂ ਕਰ ਦਿੱਤੇ। ਗਵਰਨਮੈਂਟ ਨੇ ਪਰਮਿਸ਼ਨ ਦੇ ਦਿੱਤੀਆਂ। ਥੋੜ੍ਹੇ ਜਿਹੜੇ ਸੀਟਾਂ, ਥੋੜ੍ਹੇ ਬੱਚੇ ਹੋਣਗੇ ਟੈਸਟ ਸੈਂਟਰਾਂ ਦੇ ਵਿੱਚ, ਲੇਕਿਨ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਜਾਂ ਕਾਲ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਆਪਣੇ ਮਰਜ਼ੀ ਦੇ ਸਿਟੀ ਦੇ ਵਿੱਚ ਮਰਜ਼ੀ ਦੀ ਡੇਟ ਬੁੱਕ ਕਰਾ ਕੇ ਤੁਸੀਂ ਆਈਲੈਟਸ ਦਾ ਟੈਸਟ ਹੁਣ ਲੈ ਸਕਦੇ ਹੋ। ਡੂਲਿੰਗੋ ਟੈਸਟ ਜਿਹੜਾ ਹੈਗਾ, ਲੋਕ ਪੁੱਛਦੇ ਆ ਡੂਲਿੰਗੋ ਜਿਹੜਾ ਹੈਗਾ ਚੱਲਦਾ ਪਿਆ ਹੈਗਾ। ਡੂਲਿੰਗੋ ਟੈਸਟ ਜਿਹੜਾ ਹੈਗਾ ਉਹ, ਜਾਂ ਆਈਲੈਟਸ ਇੰਡੀਕੇਟਰ ਜਿਹੜਾ ਟੈਸਟ ਹੈਗਾ ਇੱਕ, ਉਹ ਜਿਹੜਾ ਹੈ ਕਾਲਜਿਸ ਦੇ ਵਿੱਚ ਐਡਮਿਸ਼ਨ ਵਾਸਤੇ ਠੀਕ ਹੈਗਾ, ਲੇਕਿਨ ਐਮਬੈਸੀ ਵਾਸਤੇ ਉਹ ਕੰਮ ਨਹੀਂ ਕਰੇਗਾ। ਐਮਬੈਸੀ ਵਾਸਤੇ ਬੈਸਟ ਜਿਹੜਾ ਹੈਗਾ ਉਹ ਆਈਲੈਟਸ ਹੀ ਹੈਗਾ, ਲੇਕਿਨ PTE ਔਰ ਟੋਫਲ ਜਿਹੜਾ ਹੈਗਾ ਉਹ ਵੀ ਜਿਹੜਾ ਹੈ ਦਿੱਤਾ ਜਾ ਸਕਦਾ ਹੈਗਾ, ਔਰ ਉਸ ਨੂੰ ਜਿਹੜਾ ਹੈਗਾ ਜਨਰਲ ਕੈਟੇਗਰੀ ਦੇ ਵਿੱਚ SDS ਦੇ ਵਿੱਚ ਸਿਰਫ ਆਈਲੈਟਸ ਹੀ ਚੱਲੇਗਾ, ਔਰ ਜਿਹੜਾ ਬਾਕੀ ਦਾ ਜਿਹੜਾ PTE ਔਰ ਟੋਫਲ ਜਿਹੜਾ ਹੈਗਾ ਉਹ ਜਨਰਲ ਕੈਟੇਗਰੀ ਦੇ ਵਿੱਚ ਫਾਈਲ ਲਾਣੀ ਪਏਗੀ। ਬੈਟਰ ਹੈਗਾ ਕਿ ਆਈਲੈਟਸ ਹੀ ਕਰ ਲਿੱਤਾ ਜਾਵੇ। ਤੇ ਆਫਿਸਿਸ ਸਾਡੇ ਓਪਨ ਨੇ ਤਕਰੀਬਨ ਸਾਰੇ, ਔਰ ਉੱਥੇ ਅਪਾਇੰਟਮੈਂਟ ਲੈ ਕੇ ਅਸੀਂ ਵੀ ਉਸ ਤਰ੍ਹਾਂ COVID-19 ਦੇ ਜਿਹੜੇ ਕਰੋਨਾ ਦੇ ਜਿਹੜੇ ਪ੍ਰੀਕਾਸ਼ਨ ਚੱਲਦੀਆਂ ਪਈਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਅਪਾਇੰਟਮੈਂਟਾਂ ਦੇ ਕੇ, ਥੋੜ੍ਹਾ ਜਿਹਾ ਕਿ ਰਸ਼ ਨਾ ਹੋਵੇ, ਕਿਸੇ ਨੂੰ ਬੁਲਾ ਕੇ ਅਪਾਇੰਟਮੈਂਟਾਂ ਦੇ ਕੇ ਬੁਲਾ ਕੇ, ਔਰ ਸੈਨੀਟਾਈਜ਼ਰ ਔਰ ਮਾਸਕ ਔਰ ਜਿਹੜਾ ਹੈਗਾ ਉਹ ਸਾਰਾ ਕਰਕੇ, ਗਲਵਜ਼ ਵਗੈਰਾ ਦਾ ਧਿਆਨ ਰੱਖ ਕੇ, ਔਰ ਉਹਨਾਂ ਦੀ ਪ੍ਰੀਕਾਸ਼ਨਸ ਨੂੰ ਧਿਆਨ ਵਿੱਚ ਰੱਖ ਕੇ ਆਪਣਾ ਕਲਾਇੰਟਸ ਨੂੰ ਮਿਲਦੇ ਪਏ ਹੈਗੇ ਆ। ਜੇ ਬਹੁਤ ਜ਼ਰੂਰੀ ਹੋਵੇ, ਨਾ ਸਿਰਫ ਸਾਨੂੰ ਮਿਲਣ ਦੇ ਵਾਸਤੇ, ਕਿਉਂਕਿ ਸਾਡਾ ਜਿਹੜਾ ਜ਼ਿਆਦਾਤਰ ਕੰਮ ਆਨਲਾਈਨ ਹੋ ਸਕਦਾ ਹੈਗਾ, ਦਾ ਮਤਲਬ ਜਿੰਨੀ ਵੀ ਗੱਲਬਾਤ ਹੈ ਤੁਸੀਂ ਫੋਨ ਤੇ ਆਪਣੀ ਡਿਸਕਸ਼ਨ ਕਰ ਲਓ, ਆਪਣੇ ਕਾਲਜ ਵਾਸਤੇ, ਕੋਰਸਿਸ ਵਾਸਤੇ, ਫੀਸ ਵਾਸਤੇ, ਜਿੰਨੀ ਡਿਸਕਸ਼ਨ ਆ ਫੋਨ ਤੇ ਕਰ ਲਓ। ਔਰ ਉਸ ਤੋਂ ਬਾਅਦ ਡਾਕੂਮੈਂਟ ਭੇਜਣੇ ਆ, ਆਨਲਾਈਨ ਭੇਜ ਦਿਓ, ਜਿਹੜਾ ਈਮੇਲ ਤੇ ਭੇਜ ਦਿਓ ਜਾਂ WhatsApp ਤੇ, ਜਿਸ ਤਰ੍ਹਾਂ ਵੀ ਹੈ ਉਹਨਾਂ ਨਾਲ ਕਾਉਂਸਲਰ ਨਾਲ ਗੱਲ ਹੁੰਦੀ ਹੈ, ਆਪਣੇ ਡਾਕੂਮੈਂਟਸ ਭੇਜ ਦਿਓ। ਔਰ ਇਸ ਤਰ੍ਹਾਂ ਹੀ ਫੀਸ ਵਗੈਰਾ ਦਾ ਤੁਸੀਂ ਕ੍ਰੈਡਿਟ ਕਾਰਡ ਵਗੈਰਾ ਆਪਣਾ ਯੂਜ਼ ਕਰ ਲਓ। ਔਰ ਸਾਡੇ ਜਿਹੜੇ ਸਾਰੇ ਆਫਿਸਿਸ 100% ਓਨੈਸਟੀ ਦੀ ਗਰੰਟੀ, ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੈਗੀ। ਸਾਰੇ ਸਟਾਫ ਜਿਹੜੇ ਆ ਮੇਰੀ ਗਾਈਡੈਂਸ ਤੇ ਔਰ ਮੇਰੀ ਕੇਅਰ ਦੇ ਨਾਲ ਕੰਮ ਕਰਦੇ ਆ, ਕਿਸੇ ਤਰ੍ਹਾਂ ਦੀ ਡਰਨ ਦੀ ਜ਼ਰੂਰਤ ਨਹੀਂ ਹੈਗੀ, ਔਰ ਉਹ ਤੁਸੀਂ ਆਪਣਾ ਪ੍ਰੋਸੈਸਿੰਗ ਸ਼ੁਰੂ ਕਰਵਾ ਸਕਦੇ ਹੈਗੇ ਹੋ, ਕੋਈ ਦਿੱਕਤ ਨਹੀਂ ਹੈਗੀ। ਬਜਟ ਦੀ ਗੱਲ ਕਰਦੇ ਹੈਗੇ ਆ ਕਿ ਬਜਟ ਕਿੰਨਾ ਹੈਗਾ ਕੈਨੇਡਾ ਸਟੱਡੀ ਵੀਜ਼ਾ ਵਾਸਤੇ, ਤੇ GIC
$10,000 ਮਤਲਬ 5.5 ਲੱਖ ਰੁਪਏ ਦੇ ਕਰੀਬ ਆਪਾਂ ਨੂੰ ਜਮ੍ਹਾਂ ਕਰਾਉਣਾ ਕੈਨੇਡੀਅਨ ਬੈਂਕ ਦੇ ਵਿੱਚ, ਔਰ ਉਹ ਜਿਹੜਾ ਇੱਥੇ ਆ ਕੇ ਹੌਲੀ ਹੌਲੀ ਤਕਰੀਬਨ ਸਾਲ ਦੇ ਵਿੱਚ ਹੌਲੀ ਹੌਲੀ ਵਾਪਸ ਮਿਲ ਜਾਏਗਾ। ਬੱਚੇ ਨੂੰ ਖਾਣ ਪੀਣ ਰਹਿਣ ਸਹਿਣ ਵਾਸਤੇ ਕੈਨੇਡੀਅਨ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ। GIC ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ, ਇੱਕ ਕਿਸਮ ਦਾ ਫਿਕਸਡ ਡਿਪੋਜ਼ਿਟ ਕਹਿੰਦੇ ਆਪਾਂ ਇੰਡੀਅਨ ਭਾਸ਼ਾ ਦੇ ਵਿੱਚ। ਸੋ ਉਹ ਜਿਹੜਾ ਹੈਗਾ, ਉਸ ਦੇ ਇਲਾਵਾ 1 ਸਾਲ ਦੀ ਫੀਸ ਜਿਹੜੀ ਕਿ ਤਕਰੀਬਨ ਕੋਈ ਜਿਹੜੀ 2 ਸਾਲ ਦੀ ਜਿਹੜੀ ਹੈਗੀ ਹੈ ਫੀਸ 4-4 ਲੱਖ ਰੁਪਈਏ, 4 ਸਮੈਸਟਰ ਹੁੰਦੇ ਨੇ 2 ਸਾਲ ਦੀ ਪੜ੍ਹਾਈ ਦੇ ਵਿੱਚ, 4-4 ਮਹੀਨੇ ਦੇ 4 ਸਮੈਸਟਰ, 6 ਮਹੀਨੇ ਦਾ ਸਮੈਸਟਰ ਨਹੀਂ ਹੁੰਦਾ, 4 ਮਹੀਨੇ ਦਾ ਹੁੰਦਾ, ਔਰ 4 ਸਮੈਸਟਰ ਹੁੰਦੇ ਨੇ 2 ਸਾਲ ਦੀ ਪੜ੍ਹਾਈ 'ਚ, 16 ਮਹੀਨੇ ਦੀ ਪੜ੍ਹਾਈ ਹੁੰਦੀ ਹੈ, 2 ਸਾਲ ਦਾ ਡਿਪਲੋਮਾ ਪੂਰਾ ਹੋ ਜਾਂਦਾ ਹੈਗਾ। 2 ਸਾਲ ਦਾ ਲਈਏ ਜਾਂ 1-1 ਸਾਲ ਦੇ 2 ਕੋਰਸ ਲਈਏ, ਲੇਕਿਨ ਉਸੇ ਤਰੀਕੇ ਨਾਲ ਜਿਹੜਾ ਹੈ ਅਗਰ 1 ਸਾਲ ਦਾ ਕੋਰਸ ਹੈ 4-4 ਮਹੀਨੇ ਦੇ 2 ਸਮੈਸਟਰ ਹੋਣਗੇ। ਸੋ 1-1 ਸਾਲ ਦੇ 2 ਕੋਰਸ ਦੇ ਨਾਲ ਜਾਂ 2 ਸਾਲ ਦੇ ਕੋਰਸ ਨਾਲ 3 ਸਾਲ ਦਾ ਵਰਕ ਪਰਮਿਟ ਮਿਲੇਗਾ। 1 ਸਾਲ ਦਾ ਅਗਰ ਕੋਰਸ ਲੈ ਕੇ ਵਰਕ ਪਰਮਿਟ ਲਵਾਂਗੇ ਤੇ 1 ਸਾਲ ਦਾ ਵਰਕ ਪਰਮਿਟ ਮਿਲੇਗਾ ਜਿਹੜਾ ਕਿ PR ਲੈਣ ਵਿੱਚ ਤਕਲੀਫ ਕਰੇਗਾ, ਦਿੱਕਤ ਕਰੇਗਾ, ਨਹੀਂ ਐਡਵਾਈਸ ਕਰਦੇ ਅਸੀਂ। ਸੋ 2 ਸਾਲ ਦੀ ਪੜ੍ਹਾਈ ਜਿਹੜੀ ਗੱਲ ਕੀਤੀ ਹੈ ਐਡਵਾਈਜ਼ੇਬਲ ਜਿਹੜੀ ਹੈਗੀ ਹੈ, ਚੰਗੀ ਜਿਹੜੀ ਹੈ, ਜਿਹੜਾ ਤਾਂ ਕਿ 3 ਸਾਲ ਦਾ ਵਰਕ ਪਰਮਿਟ ਮਿਲ ਸਕੇ, ਜਾਂ 1-1 ਸਾਲ ਦੇ 2 ਕੋਰਸ ਕਰਾਂਗੇ ਤੇ ਉਸੇ ਤਰ੍ਹਾਂ 4 ਸਮੈਸਟਰ ਹੋਣਗੇ। 4-4 ਲੱਖ ਰੁਪਏ ਪਰ ਸਮੈਸਟਰ ਦਾ ਜਿਹੜਾ ਐਵਰੇਜ, ਜਿਹੜਾ ਆਮ ਜਿਹੜਾ ਹੈ ਤਕਰੀਬਨ ਜਿਹੜਾ ਹੈ ਜਨਰਲੀ ਗੱਲ ਕਰੀਏ ਤੇ ਉਹ 4 ਲੱਖ ਰੁਪਏ ਪਰ ਸਮੈਸਟਰ ਦੀ ਫੀਸ ਹੁੰਦੀ ਹੈ। ਸੋ 1 ਸਾਲ ਦੀ ਮਤਲਬ 2 ਸਮੈਸਟਰ ਦੀ ਮਤਲਬ ਕਿ 8 ਲੱਖ ਰੁਪਏ ਫੀਸ ਦੇ। ਸੋ ਉਹ 5.5 ਲੱਖ ਦੇ ਕਰੀਬ GIC, $10,000, 55 ਰੁਪਏ ਜਿਹੜਾ ਹੈ ਪਰ ਡਾਲਰ ਦੇ ਹਿਸਾਬ ਨਾਲ ਕਨਵਰਸ਼ਨ ਰੇਟ ਲਾਇਆ ਹੈਗਾ। ਸੋ ਉਹ ਤਕਰੀਬਨ ਕੋਈ 8 ਲੱਖ 1 ਸਾਲ ਦੀ ਫੀਸ ਤੇ 13.5 ਲੱਖ ਰੁਪਇਆ ਹੋਰ ਜਿਹੜੀ ਫੀਸ ਵਗੈਰਾ ਦਾ ਜਿਹੜਾ ਹੈ ਕੰਪਿਊਟਰ ਦਾ ਜਾਂ ਬੱਚਿਆਂ ਦਾ ਹੋਰ ਖਰਚਾ। ਸੋ ਤਕਰੀਬਨ ਕੋਈ 14.5 ਲੱਖ ਜਿਹੜਾ ਹੈ 8, 8.5 ਤੇ 13.5, 14.5 ਲੱਖ ਰੁਪਏ ਦੇ ਕਰੀਬ ਬਣ ਗਿਆ ਹੈਗਾ। ਲੇਕਿਨ ਜਿਹੜੇ ਅਫੋਰਡ ਨਹੀਂ ਕਰਦੇ, ਕੁਝ ਕਾਲਜਿਸ ਨੇ ਜਿਹੜੀ ਕਿ ਤਕਰੀਬਨ ਕੋਈ ਘੱਟ ਕੇ ਫੀਸਾਂ ਅੱਧੇ ਤੱਕ ਵੀ ਪਹੁੰਚ ਜਾਂਦੀਆਂ ਨੇ। ਪੌਣੀ ਫੀਸ ਮਤਲਬ ਕਿ 16 ਲੱਖ ਦੇ ਬਜਾਏ 12 ਲੱਖ, ਅੱਧੀ ਦਾ ਮਤਲਬ 8, 9, 10 ਲੱਖ ਰੁਪਏ ਦੇ ਕਰੀਬ। ਇਹੋ ਜਿਹੇ ਕਾਲਜਿਸ ਵੀ ਨੇ। ਕਾਲਜ ਕਿੱਥੇ ਨੇ, ਕਿਹੜੀ ਜਗ੍ਹਾ 'ਤੇ ਨੇ, ਇਸ ਤਰ੍ਹਾਂ ਦੀ ਕੋਈ ਕੰਪਰੋਮਾਈਜ਼ ਵੀ ਨਹੀਂ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਏਗੀ, ਕੋਈ ਬੱਚਿਆਂ ਨੂੰ ਪ੍ਰੋਬਲਮ ਨਹੀਂ ਹੋਏਗੀ। ਇਹ ਅਸੀਂ ਜਿੰਨਾ ਵੀ ਕੰਮ ਕਰਦੇ ਹਾਂ ਉਹ ਬੱਚਿਆਂ ਦੀ ਫਿਊਚਰ ਨੂੰ, ਕੈਰੀਅਰ ਨੂੰ ਧਿਆਨ 'ਚ ਰੱਖ ਕੇ 1% ਵੀ ਤੁਹਾਨੂੰ ਨੌਲੇਜ ਨਹੀਂ ਵੀ ਹੋਏਗੀ ਤੇ ਯੂ ਆਰ ਨਾਟ ਸਪੋਜ਼ ਟੂ ਬੀ ਨੌਲੇਜ, ਤੁਹਾਨੂੰ ਨੌਲੇਜ ਹੋਣ ਦੀ ਜ਼ਰੂਰੀ ਨਹੀਂ ਹੈ। ਵੀ ਆਰ ਐਕਸਪਰਟ, ਅਸੀਂ ਕਹਿੰਦੇ ਹਾਂ ICCRC ਮੈਂਬਰ ਹੈਗੇ, ਐਕਸਪਰਟ ਹੈਗੇ ਹਾਂ, 2003 ਤੋਂ ਕੰਮ ਕਰਦੇ ਹਾਂ। ਵੀ ਆਰ ਸਪੋਜ਼ ਟੂ ਬੀ ਐਕਸਪਰਟ। ਸਾਨੂੰ ਇਹਨਾਂ ਗੱਲਾਂ ਨੂੰ ਦੇਖਣਾ ਚਾਹੀਦਾ ਹੈਗਾ, ਸਾਡਾ ਫਰਜ਼ ਬਣਦਾ ਹੈਗਾ, ਦੇਖਣਾ ਜ਼ਰੂਰੀ ਹੈਗਾ। ਅਸੀਂ ਦੇਖਦੇ ਹੈਗੇ ਹਾਂ ਔਰ ਉਸੇ ਸਾਰੀ ਸਮਝ ਨੂੰ, ਨੌਲੇਜ ਨੂੰ ਔਰ ਸਾਰੀ ਜਿਹੜੀ ਧਿਆਨ ਨੂੰ ਰੱਖਦੇ ਹੋਏ, ਸਾਹਮਣੇ ਰੱਖਦੇ ਹੋਏ ਤੁਹਾਡਾ ਖਿਆਲ ਕਰਦੇ ਹੈਗੇ ਆ। ਔਰ ਤੁਹਾਨੂੰ ਕਦੇ ਵੀ ਕਿਸੇ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ। ਜਿਸ ਨੂੰ ਕਹਿੰਦੇ ਹਾਂ ਅੱਖ ਮੀਚ ਕੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਉਸ ਤਰ੍ਹਾਂ ਕਰ ਲਓਗੇ ਤਦ ਵੀ ਕੋਈ ਤਕਲੀਫ ਨਹੀਂ ਆਏਗੀ। ਜਿਸ ਤਰ੍ਹਾਂ ਕਿ ਬਹੁਤ ਸਾਰੇ ਕੰਸਲਟੈਂਟ ਇਸ ਤਰ੍ਹਾਂ ਸੁਣਨ ਵਿੱਚ ਆਇਆ ਹੈਗਾ, ਬੱਚੇ ਸਾਨੂੰ ਫੋਨ ਕਰਦੇ ਹੈਗੇ ਆ ਕਿ ਇਹੋ ਜਿਹੇ ਕਾਲਜ ਵਿੱਚ ਵੀਜ਼ਾ ਲਗਵਾਤਾ ਜਿੱਥੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ ਪੜ੍ਹਨ ਤੋਂ ਬਾਅਦ। ਬੱਚਿਆਂ ਵਾਸਤੇ ਬਹੁਤ ਨੁਕਸਾਨਦਾਇਕ ਹੈਗਾ ਕਿਉਂਕਿ ਬੱਚੇ ਵੀਜ਼ਾ ਲੱਗ ਗਿਆ, ਫੀਸ ਭਰਤੀ ਕਾਲਜ ਨੂੰ ਔਰ ਆ ਕੇ ਪੜ੍ਹਾਈ ਕਰਨੀ ਪਏਗੀ। ਅਗਰ ਪੜ੍ਹਨ ਤੋਂ ਬਾਅਦ ਉਹਨਾਂ 'ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ ਤਾਂ ਉਸ ਦਾ ਕੋਈ ਫਾਇਦਾ ਨਹੀਂ ਹੋਏਗਾ, ਬੱਚੇ ਨੂੰ ਨੁਕਸਾਨ ਹੋਏਗਾ। ਸੋ ਅਸੀਂ ਕਦੇ ਵੀ ਇਹੋ ਜਿਹਾ ਕੋਈ ਕਾਲਜ ਨਹੀਂ ਐਡਵਾਈਜ਼ ਕਰਦੇ ਜਿਸ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਬੱਚਿਆਂ ਨੂੰ ਨਾ ਮਿਲੇ। ਸੋ ਉਹ ਕਿਹੜੇ ਕਾਲਜ ਨੇ ਜਿੱਥੇ ਕਿ ਬੱਚਿਆਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ, ਇਹ ਤੁਸੀਂ ਦੇਖ ਸਕਦੇ ਹੋ ਵੈਬਸਾਈਟ 'ਤੇ, ਗੂਗਲ 'ਤੇ ਸਰਚ ਕਰਨਾ DLI ਲਿਸਟ ਕੈਨੇਡਾ ਜਾਂ CIC.gc.ca ਕੈਨੇਡੀਅਨ ਐਮਬੈਸੀ ਦੀ ਵੈਬਸਾਈਟ, ਉੱਥੇ ਜਾ ਕੇ ਦੇਖ ਸਕਦੇ ਹੋ। ਔਰ ਉੱਥੇ ਜਿਹੜਾ ਹੈ ਪ੍ਰੋਵਿੰਸ ਪੁੱਛੇਗਾ, ਕਿਹੜੀ ਪ੍ਰੋਵਿੰਸ 'ਚ ਜਾਣਾ ਹੈ, ਕਾਲਜ ਦਾ ਨਾਂ ਭਰ ਦਿਓ ਜਾਂ ਸਾਰੇ ਕਾਲਜ ਦੀ ਲਿਸਟ ਆ ਜਾਏਗੀ। ਉਸ ਦੇ ਵਿੱਚ ਪ੍ਰੋਵਿੰਸ ਦੇ ਵਿੱਚ ਜਿੰਨੇ ਵੀ ਕਾਲਜ ਨੇ ਉਹਨਾਂ ਨੂੰ ਚੂਜ਼ ਕਰਕੇ ਉਸ ਦੇ ਅੱਗੇ ਲਿਖਿਆ ਹੋਏਗਾ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਅਲਾਉਡ ਹੈਗਾ ਜਾਂ ਨਹੀਂ ਹੈਗਾ। ਜਾਂ ਕੁਝ ਕਾਲਜਿਸ ਹੈਗੇ ਨੇ ਖਾਸ ਤੌਰ 'ਤੇ ਕੁਬੈਕ ਦੇ ਵਿੱਚ, ਉਹਨਾਂ ਦੇ ਜਿਹੜੇ ਸਿਲੈਕਟਡ ਜਾਂ ਵੈਂਕੂਵਰ ਦੇ ਕੁਝ ਕਾਲਜਿਸ ਨੇ ਉਹਨਾਂ ਦੇ ਸਿਲੈਕਟਡ ਕੋਰਸਿਸ ਨੂੰ ਹੀ ਜਿਹੜਾ ਹੈਗਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਦਾ। ਕੁਝ ਕੋਰਸਿਸ ਨੂੰ ਕਰਨ ਤੋਂ ਬਾਅਦ ਮਿਲਦਾ, ਕੁਝ ਕੋਰਸਿਸ ਨੂੰ ਪੜ੍ਹਨ ਤੋਂ ਬਾਅਦ ਨਹੀਂ ਮਿਲਦਾ। ਉਹ ਸਾਰੀ ਡਿਟੇਲ ਵੀ ਤੁਸੀਂ ਜਿਹੜੀ ਹੈ ਕੈਨੇਡਾ ਐਮਬੈਸੀ ਦੀ ਵੈਬਸਾਈਟ 'ਤੇ ਜਿਸ ਤਰ੍ਹਾਂ ਮੈਂ ਦੱਸਿਆ ਦੇਖ ਸਕਦੇ ਹੋ। ਲੇਕਿਨ ਅਸੀਂ ਉਹ ਸਾਰੀ ਇਨਫੋਰਮੇਸ਼ਨ ਸਾਨੂੰ ਟਿਪਸ 'ਤੇ ਹੈਗੀ ਹੈ, ਪਹਿਲਾਂ ਹੀ ਪਤਾ ਹੈਗੀ ਹੈ। ਅਸੀਂ ਉਹੀ ਕਾਲਜ, ਉਹੀ ਕੋਰਸ ਤੁਹਾਨੂੰ ਐਡਵਾਈਜ਼ ਕਰਦੇ ਹਾਂ ਜਿਹੜਾ ਕਿ ਤੁਹਾਡੇ ਵਾਸਤੇ ਸੁਟੇਬਲ ਹੈਗਾ, ਜਿਸ ਤੋਂ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੁਹਾਨੂੰ ਮਿਲ ਜਾਣਾ ਹੈਗਾ। ਸੋ ਇਹ ਬਜਟ ਵਾਸਤੇ ਗੱਲ ਕੀਤੀ। ਆਈਲੈਟਸ ਦੇ ਵਿੱਚ ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਵੀ ਜਿਹੜਾ ਕੈਨੇਡਾ ਦਾ ਵੀਜ਼ਾ ਲੱਗਣ ਦੀ ਪੂਰੀ ਸੰਭਾਵਨਾ ਹੈ। 6 ਇੰਚ ਦੇ ਨਾਲ SDS, ਅਗਰ ਕਿਸੇ ਵਿੱਚ 5.5 ਬੈਂਡ ਨੇ, ਜਨਰਲ ਦੇ ਵਿੱਚ ਵੀ ਵੀਜ਼ਾ ਲੱਗੇਗਾ, ਕੋਈ ਪ੍ਰੋਬਲਮ ਨਹੀਂ ਆਏਗੀ।
ਉਹ ਜਿਹੜੇ ਹੈਗੇ ਆ ਕੰਟੈਕਟ ਕਰ ਲੈਣ ਸਾਡੇ ਆਫਿਸ ਦੇ ਵਿੱਚ। ਕਿਹੜਾ ਕਾਲਜ, ਕਿਹੜਾ ਕੋਰਸ ਤੁਹਾਡੇ ਵਾਸਤੇ ਸੁਟੇਬਲ ਹੈਗਾ, ਇਹ ਪਿਛਲੀ ਵਾਰ ਗੱਲ ਕੀਤੀ ਸੀ, ਕਿਹੜੀ ਥਾਂ ਤੇ ਕਿਸ ਤਰੀਕੇ ਨਾਲ ਪਿਛਲੇ ਜਿਹੜਾ ਹਰ ਸੈਟਰਡੇ ਨੂੰ ਤਕਰੀਬਨ 10 ਵਜੇ, ਹਰ ਸੈਟਰਡੇ ਨੂੰ 10 ਵਜੇ ਆਨਲਾਈਨ ਸੈਸ਼ਨ, ਲਾਈਵ ਸੈਸ਼ਨ ਦੇ ਰਾਹੀਂ ਆਪਾਂ ਇਹ ਇਸ ਤਰ੍ਹਾਂ ਦੇ ਸਵਾਲ ਜਵਾਬ, ਗੱਲਬਾਤ, ਡਿਸਕਸ਼ਨਸ ਔਰ ਤੁਹਾਨੂੰ ਗਾਈਡੈਂਸ ਦੇਵਾਂਗੇ, ਦਿੰਦੇ ਰਹਿੰਦੇ ਹੈਗੇ ਆ। ਪਿਛਲੇ ਲਾਈਵ ਸੈਸ਼ਨਸ ਨੂੰ ਦੇਖ ਕੇ ਵੀ ਤੁਸੀਂ ਸਾਰੀ ਪਿਛਲੀਆਂ ਗੱਲਾਂ ਬਾਤਾਂ ਵੀ ਦੇਖ ਸਕਦੇ ਹੋ ਔਰ ਉਹ ਜਾਣਕਾਰੀ ਲੈ ਸਕਦੇ ਹੈਗੇ ਹੋ। ਔਰ ਕਿਸ ਤਰ੍ਹਾਂ ਦਾ ਪਿਛਲੀ ਵਾਰੀ ਗੱਲ ਹੋਈ ਸੀ, ਕਿਸ ਤਰ੍ਹਾਂ ਦੀ ਥਾਂ ਤੇ ਕਿਸ ਤਰ੍ਹਾਂ ਦਾ ਕੋਰਸ ਲੈਣਾ ਚਾਹੀਦਾ ਹੈਗਾ, ਅਗਲੀ ਵਾਰੀ ਹੋਰ ਇਸ ਦੇ ਬਾਰੇ ਕਿਹੜਾ ਕੋਰਸ ਲੈਣਾ ਚਾਹੀਦਾ ਹੈਗਾ, ਕਿਹੜਾ ਕੋਰਸ ਰੈਲੇਵੈਂਟ ਹੈਗਾ, ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ, ਇਸ ਦੀ ਪਿਛਲੀ ਵਾਰੀ ਗੱਲ ਕੀਤੀ ਸੀ। ਹੋਰ ਜਿਹੜੀ ਅਗਲੇ ਹੋਰ ਬੜੇ ਸਾਰੇ ਟੌਪਿਕ ਹੁੰਦੇ ਨੇ, ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ, ਉਹ ਅਸੀਂ ਅਲੱਗ-ਅਲੱਗ ਟੌਪਿਕਸ ਦੇ ਰਾਹੀਂ ਆਪਣੇ ਲਾਈਵ ਸੈਸ਼ਨ ਦੇ ਵਿੱਚ ਕਰਦੇ ਰਵਾਂਗੇ। ਇੱਕ ਜਿਹੜਾ ਸਵਾਲ ਜਿਹੜਾ ਇਸ ਵਕਤ ਬੱਚਿਆਂ ਨੇ, ਕਿਉਂਕਿ ਰਿਜ਼ਲਟ ਆ ਰਹੇ ਨੇ ਤੇ ਪੇਰੈਂਟਸ ਜਿਹੜੇ ਨੇ ਡਿਲੇਮਾ 'ਚ ਦੋਚਿੱਤੇ ਹੁੰਦੇ ਨੇ ਕਿ ਉਹ ਕੈਨੇਡਾ ਵਿੱਚ ਜਾਏ, ਬੱਚਿਆਂ ਨੂੰ ਭੇਜਣ ਕਿ ਨਾ ਭੇਜਣ, ਕਿਉਂ ਕੈਨੇਡਾ ਭੇਜਿਆ ਜਾਵੇ। ਤੇ ਮੈਂ ਈਅਰ 2000 ਦੇ ਵਿੱਚ ਇਹ ਡਿਸਾਈਡ ਕੀਤਾ ਸੀ ਕੈਨੇਡਾ ਆਉਣ ਵਾਸਤੇ। ਔਰ ਆਮ ਰੈਜ਼ੀਡੈਂਟ ਆਫ ਕੈਨੇਡਾ, ਕੈਨੇਡਾ ਵਿੱਚ ਵੀ ਘਰ ਹੈਗਾ, ਆਫਿਸਿਸ ਹੈਗੇ ਨੇ, ਬੱਚੇ ਜਿਹੜੇ ਨੇ ਕੈਨੇਡਾ ਵਿੱਚ ਪੜ੍ਹਦੇ ਪਏ ਨੇ, ਔਰ ਇੰਡੀਆ ਦੇ ਵਿੱਚ ਵੀ ਘਰ ਹੈਗਾ, ਆਫਿਸਿਸ ਹੈਗੇ ਨੇ। ਤੇ 2000 ਦੇ ਵਿੱਚ ਡਿਸਾਈਡ ਕੀਤਾ ਆਉਣ ਵਾਸਤੇ, ਐਜ਼ ਪਰਮਾਨੈਂਟ ਰੈਜ਼ੀਡੈਂਟ ਅਪਲਾਈ ਕੀਤਾ। ਔਰ ਉਦੋਂ ਮੈਂ ਇਨਕੁਆਇਰੀ ਕੀਤੀ ਕਿ ਕਿਉਂ ਕੈਨੇਡਾ ਜਾਇਆ ਜਾਵੇ। ਤੇ ਮੈਂ ਉਸ ਵਕਤ ਹੈਰਾਨ ਰਹਿ ਗਿਆ ਸੀਗਾ ਸੁਣ ਕੇ, ਆਪਣੀ ਜਿਹੜੀ ਹੈ ਐਕਸਪਲੋਰੇਸ਼ਨ ਜਿਹੜੀ ਹੈ ਸਾਰੀ ਇਨਕੁਆਇਰੀ ਔਰ ਤਸੱਲੀ ਕਰਕੇ, ਕਿ ਮੈਨੂੰ ਕਿਹਾ ਗਿਆ ਕਿ ਉੱਥੇ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਰਾਮ ਰਾਜ ਹੁਣ ਵੀ ਹੈਗਾ। ਜਿਹੜਾ ਕਿ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਰਾਮ ਰਾਜ ਹੁੰਦਾ ਸੀ, ਮਤਲਬ ਕਿ ਕੋਈ ਚੋਰੀ ਨਹੀਂ, ਔਰ ਪੋਲਿਊਸ਼ਨ ਨਹੀਂ ਹੈਗੀ। ਪਾਪੂਲੇਸ਼ਨ ਜਿਹੜੀ ਹੈ ਕੈਨੇਡਾ ਦੀ, ਜਿਹੜੀ ਆ ਆਪਣੇ ਇੰਡੀਆ ਦੀ ਜਿਹੜੀ ਹੈਗੀ ਹੈ 130 ਕਰੋੜ ਦੇ ਕਰੀਬ ਹੈਗੀ ਹੈ। ਏਰੀਆ ਜਿਹੜਾ ਹੈਗਾ ਕੈਨੇਡਾ ਦਾ ਉਹ ਤਕਰੀਬਨ ਕੋਈ 3.5 ਗੁਣਾ ਦੇ ਕਰੀਬ ਹੈਗਾ ਇੰਡੀਆ ਦੇ ਮੁਕਾਬਲੇ, ਧਰਤੀ ਦਾ ਏਰੀਆ। ਔਰ ਪਾਪੂਲੇਸ਼ਨ ਜਿਹੜੀ ਹੈ ਉਹ ਦੇਖੋ, ਕੈਨੇਡਾ ਦਾ 3.5 ਗੁਣਾ ਏਰੀਆ ਹੈਗਾ, ਲੇਕਿਨ ਪਾਪੂਲੇਸ਼ਨ ਇੰਡੀਆ ਦੀ 130 ਕਰੋੜ ਔਰ ਕੈਨੇਡਾ ਦੀ 3 ਕਰੋੜ 30 ਲੱਖ, ਤੇ ਤਕਰੀਬਨ ਕੋਈ 3.5 ਸਵਾ 3 ਕਰੋੜ ਦੇ ਕਰੀਬ, ਬਹੁਤ ਘੱਟ, ਤਕਰੀਬਨ 40ਵਾਂ ਹਿੱਸਾ। ਔਰ ਏਰੀਆ ਤਕਰੀਬਨ ਕੋਈ 3.5 4 ਗੁਣਾ। ਤੇ ਉਸ ਹਿਸਾਬ ਨਾਲ ਪਾਪੂਲੇਸ਼ਨ ਬੜੀ ਘੱਟ ਹੈਗੀ ਹੈ। ਗੌਰਮੈਂਟਾਂ ਜਿਹੜੀਆਂ ਨੇ ਉਹ ਆਪਣੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੀ ਪ੍ਰੋਪਰ ਕੇਅਰ ਕਰ ਸਕਦੀਆਂ। ਉਸੇ ਤਰੀਕੇ ਨਾਲ ਪੋਲਿਊਸ਼ਨ ਜਿਹੜੀ ਹੈ ਨਹੀਂ ਹੈਗੀ, ਕਰਪਸ਼ਨ ਬਿਲਕੁਲ ਨਹੀਂ ਹੈਗੀ। ਆਪਾਂ ਪੁਲਿਸ ਵਾਲੇ ਨੂੰ ਜਾਂ ਕਿਸੇ ਨੂੰ ਆਪਾਂ ਗੱਲ ਕਰੀਏ ਕਿ ਰਿਸ਼ਵਤ ਦੇਣ ਦੀ ਗੱਲ, ਦੇਣੀ ਤਾਂ ਦੂਰ ਦੀ ਗੱਲ ਆ, ਸੋਚ ਵੀ ਨਹੀਂ ਸਕਦੇ। ਔਰ ਮੈਨੂੰ ਬਹੁਤ ਚਿਰ ਤੋਂ, ਜਿਹੜਾ 2006 ਤੋਂ ਮੈਂ ਕੈਨੇਡਾ ਦੇ ਵਿੱਚ ਹੈਗਾ, ਔਰ 8-9 ਮਹੀਨੇ ਇੰਡੀਆ 'ਚ, 3-4-5 ਮਹੀਨੇ ਕੈਨੇਡਾ ਦੇ ਵਿੱਚ ਹੁੰਦੇ ਹੈਗੇ ਆ। ਤੇ ਉਸ ਦੇ ਵਿੱਚ ਮੇਰੀ ਬੜਾ ਪਰਸਨਲ ਐਕਸਪੀਰੀਅੰਸ ਹੈਗਾ ਔਰ ਸਾਰਾ ਕੁਝ ਦੇਖਿਆ ਹੈਗਾ। ਸੋਚ ਵੀ ਨਹੀਂ ਸਕਦੇ ਕਿਸੇ ਅਫਸਰ ਨੂੰ ਰਿਸ਼ਵਤ ਦੇਣ ਬਾਰੇ। ਸੋ ਅਡਲਟਰੇਸ਼ਨ ਦਾ ਮਤਲਬ ਉੱਥੇ 1 ਰੁਪਏ ਕਿਲੋ ਵਾਲੀ ਚੀਜ਼ ਦੇ ਵਿੱਚ ਵੀ ਮਿਲਾਵਟ ਹੈਗੀ ਹੈ, ਇੱਥੇ 100 ਰੁਪਏ ਕਿਲੋ ਵਾਲੀ, 1000 ਰੁਪਏ ਕਿਲੋ ਵਾਲੀ ਵਿੱਚ ਵੀ ਮਿਲਾਵਟ ਨਹੀਂ, ਕਿਉਂਕਿ ਗੌਰਮੈਂਟ ਦੇ ਸਟ੍ਰਿਕਟ ਐਕਸ਼ਨ ਨੇ, ਉਹਨਾਂ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਂਦਾ, ਉਹਨਾਂ ਦਾ ਬਿਜ਼ਨਸ ਹਮੇਸ਼ਾ ਵਾਸਤੇ ਬੰਦ ਕਰ ਦਿੱਤਾ ਜਾਂਦਾ ਹੈਗਾ। ਗੌਰਮੈਂਟ ਦੀ ਬਹੁਤ ਜ਼ਿਆਦਾ ਸਪੋਰਟ ਹੈਗੀ ਹੈ। ਸਕੂਲ ਗੌਰਮੈਂਟ ਨੇ ਜ਼ਿਆਦਾਤਰ, ਔਰ ਫ੍ਰੀ ਐਜੂਕੇਸ਼ਨ 12ਵੀਂ ਤੱਕ ਹੈਗੀ ਹੈ, ਮੈਡੀਕਲ ਸਾਰਾ ਫ੍ਰੀ ਹੈਗਾ। ਜ਼ਿਆਦਾਤਰ ਸਿਰਫ ਵੈਂਕੂਵਰ ਦੇ ਵਿੱਚ ਕੁਝ ਫੀਸ ਲੱਗਦੀ ਹੈ ਮੈਡੀਕਲ ਦੀ, ਪਰ ਪਰਸਨ ਦੇ ਹਿਸਾਬ ਨਾਲ ਬਾਕੀ ਸਾਰੇ ਕੈਨੇਡਾ 'ਚ ਮੈਡੀਕਲ ਫ੍ਰੀ ਹੈਗਾ। ਬੱਚਿਆਂ ਦੀ ਐਜੂਕੇਸ਼ਨ 12ਵੀਂ ਤੱਕ ਫ੍ਰੀ ਹੈਗੀ। ਔਰ ਜਿਹੜਾ ਆਪਾਂ ਉੱਥੋਂ ਇੰਡੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਐਜ਼ ਇੰਟਰਨੈਸ਼ਨਲ ਸਟੂਡੈਂਟ ਆਉਂਦੇ, ਉਹਨਾਂ ਦੀ ਫੀਸ ਐਜ਼ ਕੰਪੇਅਰ ਟੂ ਕੈਨੇਡੀਅਨ ਸਟੂਡੈਂਟ, ਜਿਹੜੇ ਰੈਜ਼ੀਡੈਂਟ ਸਟੂਡੈਂਟ ਨੇ, ਕੈਨੇਡਾ 'ਚ ਰਹਿਣ ਵਾਲੇ ਸਟੂਡੈਂਟਸ ਨੇ, ਉਹਨਾਂ ਦੀ ਫੀਸ ਦੇ ਮੁਕਾਬਲੇ ਜਿਹੜਾ ਤਕਰੀਬਨ 5 ਗੁਣਾ 4 ਗੁਣਾ ਫੀਸ ਉਹਨਾਂ ਨੂੰ, ਇੰਟਰਨੈਸ਼ਨਲ ਸਟੂਡੈਂਟ ਨੂੰ, ਇੰਡੀਆ ਵਾਲਿਆਂ ਨੂੰ ਦੇਣੀ ਪੈਂਦੀ ਹੈ। ਮਤਲਬ ਕਿ ਕੈਨੇਡਾ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ, ਰੈਜ਼ੀਡੈਂਟ ਨੇ, ਇੱਥੇ ਦੇ ਸਿਟੀਜ਼ਨ ਨੇ, ਉਹਨਾਂ ਨੂੰ ਚੌਥਾ ਜਾਂ ਪੰਜਵਾਂ ਹਿੱਸਾ ਜਿਹੜੀ ਹੈ ਫੀਸ ਦੇਣੀ ਪੈਂਦੀ ਹੈਗੀ ਹੈ। ਸੋ ਇਹ ਸਾਰੀਆਂ ਜਿਹੜੀਆਂ ਗੌਰਮੈਂਟ ਦੀ ਜਿਹੜੀ ਹੈ ਜਿਹੜੀ ਸੋਚ ਹੈਗੀ ਹੈ ਔਰ ਨਜ਼ਰੀਆ ਹੈਗਾ ਔਰ ਉਹਨਾਂ ਦੇ ਐਕਸ਼ਨਸ ਹੈਗੇ ਨੇ, ਉਹ ਐਕਚੁਅਲੀ ਉਹੀ ਨੇ ਜਿਹੜੇ ਹੋਣੇ ਚਾਹੀਦੇ ਨੇ ਆਪਣੇ ਸਿਟੀਜ਼ਨ ਦੇ ਪ੍ਰਤੀ। ਔਰ ਆਪਾਂ ਗੱਲ ਕਰਦੇ ਹਾਂ ਗੌਰਮੈਂਟ ਆਫਿਸ ਦੇ ਵਿੱਚ, ਗੌਰਮੈਂਟ ਅਫਸਰਾਂ ਨੂੰ ਬਿਠਾਇਆ ਜਾਂਦਾ ਹੈਗਾ ਇਹ ਦੇਖਣ ਨੂੰ ਕਿ ਪਾਣੀ ਠੀਕ ਚੱਲਦਾ ਪਿਆ ਸਿਟੀਜ਼ਨ ਦਾ, ਸਿਟੀ ਦੇ ਵਿੱਚ ਬਿਜਲੀ ਠੀਕ ਚੱਲਦੀ ਪਈ ਹੈਗੀ ਹੈ, ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਹੈਗੀ, ਰੋਡ ਸਿਸਟਮ ਠੀਕ ਚੱਲਦਾ ਪਿਆ ਹੈਗਾ, ਰੋਡ ਦੇ ਉੱਪਰ ਜ਼ਿਆਦਾ ਖੱਡੇ ਤਾਂ ਨਹੀਂ ਹੈਗੇ, ਰੋਡ ਕੋਈ ਐਕਸੀਡੈਂਟ ਵਾਲਾ ਤਾਂ ਨਹੀਂ ਹੈਗਾ, ਕਿਤੇ ਤਕਲੀਫ ਤਾਂ ਨਹੀਂ ਹੈਗੀ। ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜੇ ਗੌਰਮੈਂਟ ਆਫਿਸ ਦਾ ਫਰਜ਼ ਬਣਦਾ ਧਿਆਨ ਦੇਣਾ। ਤੇ ਇੱਥੇ ਦੀ ਜਿਹੜੀ ਗੌਰਮੈਂਟ ਹੈ,
ਇਹ ਬਗੈਰ ਸੋਚੇ ਕਿ ਪੈਸਾ ਕਿੱਥੋਂ ਬਣੇ, 2 ਨੰਬਰ ਦਾ ਪੈਸਾ ਕਿੱਥੋਂ ਲਈਏ, ਜਿਹੜਾ ਹੈਗਾ ਸਿਫਾਰਸ਼ ਜਾਂ ਪੈਸਾ ਜਾਂ ਜਿਹਨੂੰ ਕਹਿੰਦੇ ਆ ਕਰਪਸ਼ਨ ਦੇ ਰਾਹੀਂ ਜਿਹੜੀ ਰਿਸ਼ਵਤ, ਉਸ ਦੇ ਉੱਪਰ 1% ਵੀ ਧਿਆਨ ਨਹੀਂ, ਬਿਲਕੁਲ ਵੀ ਧਿਆਨ ਨਹੀਂ। ਔਰ ਸਿਰਫ ਇਸ ਵੱਲ ਧਿਆਨ ਕਿ ਸਿਟੀਜ਼ਨ ਦੀ ਕੇਅਰ ਕਿੱਦਾਂ ਕੀਤੀ ਜਾਵੇ। ਉਸ ਦੇ ਵਿੱਚ ਹੀ ਜਿਹੜਾ ਅਨਐਮਪਲੋਇਮੈਂਟ ਬੈਨੀਫਿਟਸ ਜਿਹੜੇ ਨੇ ਇੱਥੇ, ਕਿ ਅਗਰ ਕਿਸੇ ਨੂੰ ਕੋਈ ਬੰਦਾ ਇੱਥੇ ਜੌਬ ਕਰਦਾ ਪਿਆ, ਅਗਰ ਉਸ ਦੀ ਜੌਬ ਕਿਸੇ ਵੀ ਕਾਰਨ ਕਰਕੇ ਕੰਪਨੀ ਕਹਿੰਦੀ ਹੈ ਕਿ ਛੱਡ ਦਿੱਤੀ ਜਾਂਦੀ ਹੈ, ਔਰ ਬੰਦਾ ਜਿਹੜਾ ਅਨਐਮਪਲੋਇਡ ਹੋ ਜਾਂਦਾ ਹੈਗਾ, ਤੇ ਉਸ ਨੂੰ ਗੌਰਮੈਂਟ ਦੀ ਸਪੋਰਟ ਮਿਲਦੀ ਹੈਗੀ ਹੈ, ਔਰ ਉਸ ਨੂੰ ਖਾਣ ਪੀਣ ਦਾ ਖਰਚਾ, ਰਹਿਣ ਸਹਿਣ ਦਾ ਸਾਰਾ ਦਿੱਤਾ ਜਾਂਦਾ ਹੈਗਾ। ਰੇਟ ਆਫ ਇੰਟਰਸਟ ਬੈਂਕਾਂ ਦਾ ਹੈਰਾਨ ਹੋ ਜਾਓਗੇ ਸੁਣ ਕੇ ਕਿ ਆਪਣੇ ਉੱਥੇ ਤੇ ਤਕਰੀਬਨ 10 ਤੋਂ 15% ਦੇ ਕਰੀਬ ਪਰ ਐਨਮ ਦਾ ਜਿਹੜਾ ਹੈਗਾ ਈਅਰਲੀ ਰੇਟ ਆਫ ਇੰਟਰਸਟ ਹੈਗਾ, ਜਿਹੜਾ ਵਿਆਜ ਦੀ ਦਰ, ਜਿਹੜੀ ਕਿ ਇੱਥੇ ਤਕਰੀਬਨ ਕੋਈ 2.5 ਤੋਂ 3% ਦੇ ਕਰੀਬ ਹੈਗੀ ਹੈ। ਸੋ ਉਹ ਜਿਹੜੀ ਹੈਗੀ ਹੈ, ਘਰ ਲੈਣੇ ਸੌਖੇ, ਹੋਰ ਚੀਜ਼ਾਂ ਲੈਣੀਆਂ ਸੌਖੀਆਂ। ਇਲੈਕਟ੍ਰੋਨਿਕਸ ਦੀ ਗੱਲ ਕਰੀਏ, ਮੰਨ ਲਓ ਟੀਵੀ ਹੈਗਾ ਇੱਕ, ਤੇ ਹਾਲਾਂਕਿ ਜਿਹੜਾ ਇੱਥੇ ਮਿਨੀਮਮ ਵੇਜਿਸ ਜਿਹੜੇ ਨੇ ਤਕਰੀਬਨ ਉੱਥੇ ਦੇ ਬੰਦੇ ਕੋਲੋਂ ਜਿਹੜਾ ਹੈਗਾ ਤਕਰੀਬਨ ਕੋਈ 8-10 ਗੁਣਾ ਮਿਨੀਮਮ ਵੇਜਿਸ ਨੇ। ਪਰ ਆਵਰਸ ਦੀ ਗੱਲ ਕਰੀਏ ਜਾਂ ਮੰਥਲੀ ਦੀ ਗੱਲ ਕਰੀਏ, ਗੁਣਾ ਕਰੀਏ 55 ਨਾਲ, ਤੇ ਉਹ ਤਕਰੀਬਨ ਕੋਈ 8-10 ਗੁਣਾ ਪੈਂਦੇ ਨੇ। ਲੇਕਿਨ ਪੈਟਰੋਲ ਇੱਥੇ ਜਿਹੜਾ ਹੈਗਾ $1 ਤੋਂ ਘੱਟ, ਮਤਲਬ ਇਸ ਵਕਤ ਦੀ ਅੱਜ ਦੀ ਗੱਲ ਕਰੀਏ ਤੇ 80, 85, 90 ਸੈਂਟ ਦਾ ਮਤਲਬ ਇਹ ਕਿ $1 ਤੋਂ ਵੀ ਘੱਟ ਦਾ ਮਤਲਬ ਇਹ ਕਿ ਤਕਰੀਬਨ ਕੋਈ 45-50 ਰੁਪਏ ਇੰਡੀਆ ਦੇ ਜੇ ਕਨਵਰਟ ਕਰੀਏ। ਔਰ ਉੱਥੇ ਇਸ ਵਕਤ ਮੇਰੇ ਖਿਆਲ 75-80 ਰੁਪਏ ਕਰਦਾ ਪਿਆ। ਜ਼ਿਆਦਾ ਹੈਗਾ, ਕਮਾਈ 10 ਗੁਣਾ ਲੇਕਿਨ ਖਰਚਾ ਘੱਟ। ਔਰ ਇਸੇ ਤਰੀਕੇ ਨਾਲ ਇਲੈਕਟ੍ਰੋਨਿਕਸ ਦੀ ਗੱਲ ਕਰੀਏ, ਭਾਵੇਂ ਟੀਵੀ, ਭਾਵੇਂ ਆ ਜਿਹੜੇ ਕੰਪਿਊਟਰ ਜਾਂ ਕੋਈ ਵੀ ਇਲੈਕਟ੍ਰੋਨਿਕਸ ਦਾ ਸਮਾਨ, ਉੱਥੇ ਅਗਰ 15,000 ਰੁਪਏ ਦੀ ਕੋਈ ਚੀਜ਼ ਹੈਗੀ ਹੈ ਤੇ ਉਹਨੂੰ ਕਨਵਰਟ ਕਰੀਏ ਤੇ $300, ਇੱਥੇ $300 ਦੀ ਮਿਲੇਗੀ, ਉੱਥੇ 15,000 ਦੀ ਮਿਲੇਗੀ। ਮਤਲਬ ਇਹ ਕਿ ਆਲਮੋਸਟ ਉਨਾ ਹੀ। ਸੋ ਕਮਾਈ ਜ਼ਿਆਦਾ, ਖਰਚੇ ਘੱਟ। ਸੋ ਇਸ ਤਰੀਕੇ ਨਾਲ ਜਿਹੜਾ ਹੈ ਲਾਈਫ ਨੂੰ, ਇਸ ਤਰੀਕੇ ਨਾਲ ਇਹਨਾਂ ਅਫਸਰਾਂ ਨੇ, ਇੱਥੇ ਦੀ ਗੌਰਮੈਂਟ ਨੇ ਇਸ ਤਰੀਕੇ ਨਾਲ ਬਣਾਇਆ ਹੈਗਾ ਕਿ ਜੇ ਇੱਥੇ ਦੇ ਸਿਟੀਜ਼ਨਸ ਨੇ ਉਹ ਉਸ ਨੂੰ ਇੰਜੋਏ ਕਰ ਸਕਣ। ਸੋ ਗੱਲਾਂ ਬਹੁਤ ਨੇ, ਥੋੜ੍ਹੀ ਜਿਹੀਆਂ ਫਟਾਫਟ ਗੱਲਾਂ ਕੀਤੀਆਂ। ਹੋਰ ਬੜੇ ਸਾਰੇ ਸਵਾਲ ਨੇ, ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ, ਕਰਾਂਗੇ ਅਗਲੇ ਜਿਹੜਾ ਹੈਗਾ ਲਾਈਵ ਸੈਸ਼ਨ ਜਿਹੜਾ ਹੈਗਾ ਬੀ ਵਿਦ ਮੀ, ਔਰ ਵਾਚ ਕਰਨਾ, ਔਰ ਇਸੇ ਤਰੀਕੇ ਨਾਲ ਫੇਸਬੁੱਕ, ਇੰਸਟਾਗ੍ਰਾਮ ਵਗੈਰਾ ਨੂੰ ਜਿਹੜਾ ਹੈਗਾ ਫਾਰਵਰਡ ਕਰਨਾ ਔਰ ਸ਼ੇਅਰ ਕਰਨਾ, ਤਾਂ ਕਿ ਤੁਹਾਡੇ ਫਰੈਂਡਸ, ਜਿਹੜੇ ਤੁਹਾਡੇ ਸ਼ੁਭ ਚਿੰਤਕ, ਤੁਹਾਡੇ ਭਰਾ, ਤੁਹਾਡੇ ਜਿਹੜੇ ਖਾਸ ਨੇ, ਉਹਨਾਂ ਤੱਕ ਵੀ ਇਹ ਇਨਫੋਰਮੇਸ਼ਨ ਪਹੁੰਚ ਸਕੇ ਔਰ ਇੱਕ ਕਿਸਮ ਦੀ ਸਮਾਜ ਸੇਵਾ ਹੋ ਸਕੇ। ਤੇ ਇਹ ਅਗਲੇ ਇਨਟੇਕ ਅਗਲਾ ਜਿਹੜਾ ਹੈਗਾ ਸੈਸ਼ਨ, ਲਾਈਵ ਸੈਸ਼ਨ, ਅਗਲੇ ਸੈਟਰਡੇ ਨੂੰ 10 ਵਜੇ ਫੇਰ ਆਪਾਂ ਗੱਲਬਾਤ ਕਰਾਂਗੇ। ਤੇ ਇਜਾਜ਼ਤ ਦਿਓ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ।